ਤੇ ਜਿਹੜੀ ਸਰਕਾਰਾਂ ਨਾਲ ਕੋਈ ਜਿਹੜੀ ਸਾਡੀ ਸਰਕਾਰ ਨਾਲ ਲੜਾਈ ਆ, ਪਾਰਟੀਆਂ ਨਾਲ ਕੋਈ ਲੜਾਈ ਨਹੀਂ। ਹੋ ਸਕਦਾ ਭਾਜਪਾ ਹੀ ਸਾਡੇ ਫਿੱਟ ਆ ਜਾਵੇ ਦਬਕਾ ਵੱਜੇ ਤੋਂ। ਅੱਜ ਅਸੀਂ ਵਿਰੋਧ ਕਰਦੇ ਹਾਂ, ਜਦ ਇਹਨਾਂ ਨੂੰ ਪਤਾ ਲੱਗਾ ਵੀ ਵਿਰੋਧ ਹੋਊ, ਸੀਟਾਂ ਨਹੀਂ ਆਇਆ, ਇਹ ਫਟਾਫਟ ਸਾਡੇ ਕਾਨੂੰਨ ਵਾਪਸ ਲੈ ਲੈਣ, ਸਾਡੇ ਕਰਜ਼ੇ ਮਾਫ ਕਰ ਦੇਣ, ਸਾਨੂੰ ਇੰਨਾ ਕੋਈ ਕੋਸ਼ਿਸ਼ ਸਾਡਾ ਸਾਰੀਆਂ ਮੰਗਾਂ ਮੰਨ ਲੈਣ, ਕੀ ਪਤਾ ਅਸੀਂ ਭਾਜਪਾ ਨੂੰ ਵੋਟਾਂ ਪਾ ਦਈਏ। ਉਹ ਸਾਡੀਆਂ ਮੰਗਾਂ ਪੂਰੀਆਂ ਮੰਨ ਲਵੇ, ਅਸੀਂ ਜੈ ਜੈਕਾਰ ਮੋਦੀ ਦੀ ਕਰ ਦਾਂਗੇ, ਸਾਨੂੰ ਫਿਰ ਕੀ ਹੋਇਆ? ਜਦ ਸਾਡਾ ਸਾਰਾ ਕੰਮ ਚੀਜ਼ ਮਿਲ ਗਈ, ਫਿਰ ਸਾਨੂੰ ਕੀ ਤਰ੍ਹਾਂ। ਇਹ ਆਪਦੀ ਮਨ ਕੀ ਬਾਤ ਹੈ ਸਾਨੂੰ ਸੁਣਾਈ ਇਹਨੇ। ਸਾਡੀ ਮਨ ਕੀ ਬਾਤ ਆ ਜਿਹੜਾ 60-70% ਖੇਤੀ ਕਰਦਾ ਇੱਥੇ, ਇਹ ਲਾਣਾ ਬਾਣਾ ਸਾਡਾ, ਉਹਨੂੰ ਤਾਂ ਇਹਨੇ ਸੁਣਿਆ ਹੀ ਨਹੀਂ। ਤੇ ਪਤਾ ਨਹੀਂ ਮੁਸ਼ਕ ਆਉਂਦਾ ਸਾਡੇ ਕੋਲੋਂ। ਮੈਂ ਕਿਹਾ ਕੱਪੜੇ ਕੁੱਪੜੇ ਵਧੀਆ ਪਾਉਂਦੇ ਹਾਂ, ਅਸੀਂ ਵੀ ਬ੍ਰਾਂਡਡ ਪਾ ਲੈਂਦੇ ਹਾਂ ਤੇ ਇੱਧਰ ਉੱਧਰ ਵੀ ਲਾ ਲੈਂਦੇ ਹਾਂ, ਵੀ ਸਾਨੂੰ ਸੱਦ ਲਿਆ ਜਾਵੇ, ਐਡੀ ਮੁਸ਼ਕ ਵਾਲੀ ਗੱਲ ਨਹੀਂ ਹੈਗੀ। ਜੇ ਤੂੰ ਜੈਕਟਾਂ 10-10 ਲੱਖ ਦੀਆਂ ਪਾਉਣਾ, ਚਲੋ 5-7 ਹਜ਼ਾਰ ਵਾਲਾ ਅਸੀਂ ਵੀ ਪਾ ਲੈਂਦੇ। ਪਰ ਸਰਕਾਰ ਜਿਹੜੀਆਂ 11 ਮੀਟਿੰਗਾਂ ਹੋਈਆਂ, 11 ਬੈਠਕਾਂ ਹੋਈਆਂ, ਫਿਰ ਆਪਾਂ ਕੀਤੀਆਂ ਹੀ ਕਿਉਂ, ਜਾਂ ਉਹਨਾਂ ਨੇ ਬੁਲਾਈਆਂ ਹੀ ਕਿਉਂ? ਤੇ ਬੀਬੀ ਭੱਠਲ ਸੀਗੇ ਉਦੋਂ, ਉਹ ਕਹਿੰਦੇ 2.5 ਕਿੱਲੇ ਵਾਲੇ ਦੇ ਮਾਫ ਕਰ ਦਿਓ ਬਿਜਲੀ ਦੇ ਬਿੱਲ। ਫਿਰ ਅਸੀਂ ਬਾਦਲ ਸਾਹਿਬ ਨਾਲ ਕੀਤੀ, ਪਹਿਲਾਂ ਇਹ ਵੀ 5-7 ਕਿੱਲੇ ਵਾਲੇ ਦੇ ਸੀਗੇ, ਵੋਟਾਂ ਨਹੀਂ ਪੈਣੀ, ਸਾਰੇ ਮਾਫ ਕਰੋ। ਇਹਨਾਂ ਨੇ ਐਲਾਨ ਕੀਤਾ ਸਾਰੇ ਲੋਕਾਂ ਨੇ, ਸਰਕਾਰ ਉਹਨਾਂ ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ RS ਲਿਬਰੇਟ। ਸਿੰਘੂ ਬਾਰਡਰ ਤੇ ਕਿਸਾਨ ਅੰਦੋਲਨ ਨੂੰ ਕੱਲ੍ਹ 7 ਮਹੀਨੇ ਹੋ ਜਾਣੇ ਨੇ। ਕਿਸਾਨ ਸਰਕਾਰ ਦਾ ਹੱਠ ਦੇਖ ਕੇ ਪ੍ਰਤੀ ਦਿਨ ਉਸ ਦੀ ਨੀਤੀਆਂ ਨੂੰ ਸਮਝਦੇ ਹੋਏ ਆਪਦੇ ਅੰਦੋਲਨ ਨੂੰ ਤਿੱਖਾ ਕਰਨ ਦੀ ਕੋਸ਼ਿਸ਼ ਲੱਗੇ ਹੋਏ ਨੇ। ਕੱਲ੍ਹ ਸੂਬੇ ਭਰ ਹਰ ਸੂਬੇ ਦੇ ਰਾਜਪਾਲ ਨੂੰ ਮੰਗ ਪੱਤਰ ਦਿੱਤੇ ਜਾਣਗੇ, ਰਾਜਪਾਲ ਦੇ ਭਵਨ ਵੱਲ ਮਾਰਚ ਕੀਤਾ ਜਾਏਗਾ। ਇਹ ਇੱਕ ਰਣਨੀਤੀ ਦਾ ਹਿੱਸਾ ਰਹੇਗਾ। ਇਸ ਤੋਂ ਅੱਗੇ ਕੀ ਹੋਣਾ ਹੈ, ਅੱਗੇ ਦੀਆਂ ਕੀ ਰਣਨੀਤੀਆਂ ਹੋਣਗੀਆਂ, ਸਾਡੇ ਨਾਲ ਨੇ ਸਰਦਾਰ ਹਰਿੰਦਰ ਸਿੰਘ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ। ਉਹ ਵੀ ਜਿਹੜੀ ਸਿੰਘੂ ਬਾਰਡਰ 'ਤੇ 32 ਜਥੇਬੰਦੀਆਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੀਆਂ, ਉਹਨਾਂ 'ਚੋਂ ਇੱਕ ਜਥੇਬੰਦੀ ਦੇ ਨੇ ਆਗੂ ਨੇ। ਉਹਦੇ ਵਿੱਚ ਜਿਹੜੀ ਇੱਕ ਖਾਸ ਕਮੇਟੀ ਬਣੀ ਹੈ ਜਿਹੜੀ ਹਰ ਟਾਈਮ ਸਰਕਾਰ ਨਾਲ ਗੱਲ ਕਰਦੀ ਹੈ, ਉਸ ਕਮੇਟੀ ਦੇ ਵੀ ਮੈਂਬਰ ਨੇ। ਆਓ ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਦੀ ਭਵਿੱਖ ਦੀਆਂ ਨੀਤੀਆਂ ਕੀ ਨੇ, ਜਾਂ ਰਾਜਨੀਤਿਕ ਤੌਰ 'ਤੇ ਬਣਨੀਆਂ ਅਫਵਾਹਾਂ ਕਿ ਕਿਸਾਨ ਅੰਦੋਲਨ 'ਚੋਂ ਕੁਛ ਪਾਰਟੀ ਨਿਕਲੇਗੀ, ਜਾਂ ਆਗੂ ਕੁਛ ਇਲੈਕਸ਼ਨ ਲੜਨਗੇ, ਜਾਂ 2024 ਤੱਕ ਇਹ ਅੰਦੋਲਨ ਚੱਲੇਗਾ। ਉਹਨਾਂ ਦੀਆਂ ਕੀ ਤਿਆਰੀਆਂ ਨੇ ਕੱਲ੍ਹ ਦੀਆਂ ਅਤੇ ਆਉਣ ਵਾਲੇ ਭਵਿੱਖ ਦੀਆਂ, ਉਹਨਾਂ ਤੋਂ ਜਾਣਦੇ ਹਾਂ। ਲੱਖੋਵਾਲ ਜੀ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਧੰਨਵਾਦ ਜੀ, ਸਾਰੇ ਦਰਸ਼ਕਾਂ ਦਾ ਧੰਨਵਾਦ ਸਕਾਈ ਨਿਊਜ਼ ਦੇਖਦਿਆਂ ਦਾ। ਪਹਿਲਾਂ ਸਾਡੇ ਦਰਸ਼ਕਾਂ ਨੇ ਇੱਕ ਗੱਲ ਸਾਂਝੀ ਕਰੋ ਕਿ ਕੱਲ੍ਹ ਦਾ ਜੋ ਪੂਰੇ ਦੇਸ਼ ਦੇ ਵਿੱਚ ਹਰ ਸਟੇਟ ਦੇ ਰਾਜਪਾਲ ਨੂੰ ਆਪਾਂ ਰੋਸ ਮਾਰਚ ਕਰਨਾ, ਉੱਥੇ ਜਾ ਕੇ ਕੁਛ ਮੰਗ ਪੱਤਰ ਦੇਣਾ ਹੈ, ਉਹਦੀ ਕੀ ਤਿਆਰੀ ਹੈ ਇੱਥੇ ਪੰਜਾਬ ਦੇ ਵਿੱਚ? ਕੱਲ੍ਹ ਸਾਨੂੰ 7 ਮਹੀਨੇ ਪੂਰੇ ਹੋ ਜਾਣੇ ਨੇ ਦਿੱਲੀ ਦੇ ਬਾਰਡਰਾਂ 'ਤੇ ਬੈਠਿਆਂ ਨੂੰ। ਉਹਦੇ ਤਹਿਤ ਅਸੀਂ ਫੈਸਲਾ ਲਿਆ, ਹਰੇਕ 26 ਤਰੀਕ ਨੂੰ ਅਸੀਂ ਕਰਦੇ ਹਾਂ, ਹਰੇਕ ਮਹੀਨੇ ਦੀ ਨੂੰ, ਭਾਵੇਂ 2 ਵਾਰੀ KMP ਰੋਕੀ ਗਈ, ਕੋਈ ਨਾ ਕੋਈ ਪ੍ਰੋਗਰਾਮ ਦਿੰਦੇ ਹਾਂ। ਉਹਦੇ ਤਹਿਤ ਅਸੀਂ ਸੋਚਿਆ ਵੀ ਜਿਹੜੇ ਰਾਜ ਨੇ ਸਾਰੇ ਇੰਡੀਆ ਦੇ ਵਿੱਚ ਕੋਈ ਪ੍ਰੋਗਰਾਮ ਦਿੱਤਾ ਜਾਵੇ, ਕਿਉਂਕਿ ਸਾਰੇ ਕਿਸਾਨ ਭਾਰਤ ਦੇ ਵਿੱਚੋਂ, ਇੰਡੀਆ ਦੇ ਵਿੱਚੋਂ ਪੂਰੀਆਂ ਟ੍ਰੇਨਾਂ ਵੀ ਨਹੀਂ ਚੱਲਦੀਆਂ ਉੱਥੇ ਦਿੱਲੀ ਸਿੰਘੂ ਬਾਰਡਰ 'ਤੇ ਨਹੀਂ ਪਹੁੰਚ ਸਕਦੇ। ਉਹਨਾਂ ਨੂੰ ਆਪਦੇ ਨਾਲ ਜੋੜਨ ਲਈ ਇਹ ਅਸੀਂ ਇੱਕ ਹੋਕਾ ਦਿੱਤਾ ਵੀ ਕੱਲ੍ਹ ਨੂੰ ਰਾਜਪਾਲਾਂ ਰਾਹੀਂ ਸਾਰੇ ਦੇਸ਼ ਦੇ ਵਿੱਚ ਜਿਹੜੇ ਹੈਗੇ ਨੇ ਆਪਣੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ, ਰੋਸ ਪੱਤਰ ਜਿਹਦਾ ਅਸੀਂ ਨਾਂ ਦਿੱਤਾ, ਉਹ ਦਿੱਤਾ ਜਾਵੇਗਾ। ਉਹਦੇ ਤਹਿਤ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਗੁਰਦੁਆਰਾ ਅੰਬ ਸਾਹਿਬ ਕੱਲ੍ਹ ਨੂੰ 11 ਵਜੇ ਇਕੱਠੇ ਹੋਣਗੇ। ਹਰਿਆਣੇ ਦੇ ਕਿਸਾਨ ਜਿਹੜੇ ਨੇ ਗੁਰਦੁਆਰਾ ਨਾਢਾ ਸਾਹਿਬ 11 ਵਜੇ ਇਕੱਠੇ ਹੋਣਗੇ। ਉਸ ਤੋਂ ਬਾਅਦ ਅਸੀਂ 1 ਵਜੇ ਉੱਥੋਂ ਇਕੱਠ ਕਰਕੇ ਅਸੀਂ ਰਾਜਪਾਲ ਭਵਨ ਵੱਲ ਨੂੰ ਅਸੀਂ ਚਾਲੇ ਪਾ ਦੇਵਾਂਗੇ। ਉੱਥੇ ਜਿੱਥੇ ਵੀ ਸਾਨੂੰ ਸਰਕਾਰ ਰੋਕੂ ਜਾਂ ਕੁਛ ਗੱਲ ਕਰੂ, ਕਿਉਂਕਿ ਅਸੀਂ ਡਿਊਟੀ ਕਿਹਾ ਉਹਨਾਂ ਨੂੰ, ਅੱਜ ਵੀ ਸਾਡੀ ਮੀਟਿੰਗ ਹੋਈ ਆ ਪ੍ਰਸ਼ਾਸਨ ਦੇ ਨਾਲ, ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਪੰਜਾਬ 'ਚ ਨਹੀਂ ਰੁਕਣਾ, ਅਸੀਂ ਚੰਡੀਗੜ੍ਹ ਐਂਟਰ ਕਰਾਂਗੇ। ਉਸ ਤੋਂ ਬਾਅਦ ਫਿਰ 32 ਜਥੇਬੰਦੀਆਂ ਦੇ ਆਗੂ ਮੂਹਰੇ ਲੱਗਣਗੇ, ਉਹਨਾਂ ਦੇ ਜਿਹੜਾ ਮਾਰਚ ਹੋਊਗਾ ਪੂਰਨ ਸ਼ਾਂਤਮਈ ਹੋਊਗਾ। ਕੋਈ ਸਾਡੀ ਰਾਜਪਾਲ ਘੇਰਨ ਦੀ ਨਹੀਂ, ਕੋਈ ਸਾਡੀ ਧਰਨਾ ਮਾਰਨ ਦੀ ਲੜਾਈ ਨਹੀਂ ਹੈਗੀ।
ਸਰਕਾਰ ਭਾਵੇਂ ਚਾਹੁੰਦੀ ਆ ਵੀ ਇਹ ਇੱਥੇ ਧਰਨਾ ਮਾਰ ਦੇਣ ਜਾਂ ਇੱਥੇ ਰੋਕ ਲੈਣ, ਕੋਈ ਇਹੋ ਜਿਹਾ ਕੋਈ ਕਰ ਦਈਏ, ਇਹਨਾਂ ਦਾ ਮੋਰਚਾ ਇੱਥੇ ਉਲਝਾ ਦਈਏ, ਚੰਡੀਗੜ੍ਹ 'ਚ ਉਲਝਾ ਦਈਏ, ਹੋਰ ਸਟੇਟਾਂ 'ਚ ਪਹਿਲਾਂ ਹਰਿਆਣੇ 'ਚ ਵੀ ਸਾਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਵੀ ਇਹੋ ਜਿਹਾ ਕੁਛ ਕਰ ਦਈਏ। ਪਰ ਉਹ ਮੈਂ ਬੇਨਤੀ ਕਰੂੰਗਾ ਸਾਡੇ ਜਿਹੜੇ ਕਿਸਾਨ ਵੀਰਾਂ ਨੂੰ ਵੀ ਇਹੋ ਜਿਹੀ ਗੱਲ 'ਚੋਂ ਸੁਚੇਤ ਰਹਿਣਾ ਪਊਗਾ ਵੀ ਆਪਾਂ ਇਹੋ ਜਿਹਾ ਕੁਛ ਨਹੀਂ ਕਰਨਾ, ਪੂਰਨ ਸ਼ਾਂਤਮਈ ਕਰਨਾ। ਜਿੱਥੇ ਆਪਾਂ ਨੂੰ ਰੋਕਣਗੇ, ਫੋਰਸ ਰੋਕੂਗੀ, ਸ਼ਾਂਤਮਈ ਢੰਗ ਦੇ ਨਾਲ ਉੱਥੇ 32 ਜਥੇਬੰਦੀਆਂ ਮੂਹਰੇ ਲੱਗਣਗੀਆਂ, ਉਹ ਫੈਸਲਾ ਲੈਣਗੀਆਂ ਵੀ ਅਗਲੀ ਰਣਨੀਤੀ ਕੀ ਹੋਊਗੀ, ਉਹਦੇ ਤਹਿਤ ਫਿਰ ਅਗਲਾ ਪ੍ਰੋਗਰਾਮ ਜਿਹੜਾ ਬਣੇਗਾ। ਯਾਨੀ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜੋ 26 ਜਨਵਰੀ ਨੂੰ ਇੱਕ ਦੋਸ਼ ਲੱਗਿਆ ਸੀਗਾ ਉਹ ਨਹੀਂ ਲੱਗੇਗਾ, ਉਹ ਕਿਸੇ ਉਸ ਟਾਈਮ ਦੇ ਹਾਲਾਤ ਦੇ ਹਿਸਾਬ ਨਾਲ ਜਿਹੜੀ ਗੱਲ ਹੋਊਗੀ, ਹੁਣ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਨਹੀਂ ਹੈ। ਰੋਸ ਮਾਰਚ ਹੋਏਗਾ, ਰੋਸ ਮਾਰਚ ਤੋਂ ਬਾਅਦ ਜਿੱਥੇ ਵੀ ਤੁਹਾਨੂੰ ਰੋਕਿਆ ਜਾਏਗਾ ਉੱਥੇ ਮੰਗ ਪੱਤਰ ਜਾਂ ਜੋ ਤੁਹਾਡੀ ਬਣਾਈ ਹੋਈ ਹੈ ਤਰਤੀਬ ਉਹ ਕੀਤੀ ਜਾਏਗੀ। ਹੁਣ ਆਪਾਂ ਇਸ 'ਤੇ ਗੱਲ ਕਰੀਏ ਕਿ ਅੰਦੋਲਨ ਬੜਾ ਲੰਬਾ ਚੱਲ ਗਿਆ। ਟਕੈਤ ਸਾਹਿਬ ਤਾਂ ਕਹਿੰਦੇ ਸਾਡੀ 2024 ਤੱਕ ਤਿਆਰੀ ਹੈ। ਕੀ ਤੁਸੀਂ ਮੰਨਦੇ ਹੋ ਕਿ ਸਰਕਾਰ ਇਹਨੂੰ 2024 ਤੱਕ ਲਿਜਾਣ ਲਈ ਤਿਆਰੀ 'ਚ ਹੈ? ਇਹ ਸਰਕਾਰ ਦੀ ਮਰਜ਼ੀ ਆ। ਅਸੀਂ ਤਾਂ ਉਦੋਂ ਪਹਿਲਾਂ ਵੀ ਕਹਿ ਕੇ ਗਏ ਸੀ, ਸਾਡੇ ਤੇ ਲੋਕ ਹੱਸਦੇ ਹੁੰਦੇ ਸੀ ਵੀ 6 ਮਹੀਨੇ ਦਾ ਰਾਸ਼ਨ ਲੈ ਕੇ ਚੱਲੇ ਅਸੀਂ ਟਰਾਲੀਆਂ ਦੇ ਵਿੱਚ। ਲੋਕ ਕਹਿੰਦੇ 6 ਮਹੀਨੇ ਕਿਵੇਂ ਲੰਘ ਜਾਣਗੇ, ਦੇਖ ਲਓ 7 ਮਹੀਨੇ ਪੂਰੇ ਹੋ ਗਏ ਨੇ। ਇਹ ਸਾਡੀ ਗਲਤੀ ਨਹੀਂ, ਕੋਈ ਸਾਡਾ ਕਸੂਰ ਨਹੀਂ ਕੋਈ, ਇਹ ਸਾਨੂੰ ਸਰਕਾਰ ਨੇ ਬਿਠਾਇਆ ਹੋਇਆ। ਸਾਡਾ ਜੀ ਨਹੀਂ ਕਰਦਾ, ਅਸੀਂ ਪਰਿਵਾਰ ਛੱਡ ਕੇ ਗਏ ਹਾਂ। ਅਸੀਂ ਕਰੋਨੇ ਦੇ ਵਿੱਚ ਸਾਨੂੰ ਵੀ ਫੋਨ ਕਰਦੇ ਸੀ ਪਰਿਵਾਰਾਂ ਵਾਲੇ, ਅਸੀਂ ਵੀ ਬਿਮਾਰੀ 'ਚ ਉੱਥੇ ਬੈਠੇ ਰਹੇ ਹਾਂ। ਜਾਣ ਕੇ ਬਿਮਾਰੀ ਇਹਨਾਂ ਨੇ ਛੇੜੀ ਹੋਈ ਸੀ, ਵਧਾਈ, ਸਾਡੇ 'ਤੇ ਇਲਜ਼ਾਮ ਵੀ ਲਾਏ ਜੀ ਇਹ ਕਰੋਨਾ ਲੈ ਕੇ ਆਉਂਦੇ ਆ, ਪੰਜਾਬ ਨੂੰ ਲੈ ਕੇ ਆਉਂਦੇ। ਉੱਧਰ ਖੱਟਰ ਸਾਹਿਬ ਕਹਿੰਦੇ ਹਰਿਆਣੇ 'ਚ ਕਿਸਾਨ ਕਰੋਨਾ ਲੈ ਕੇ ਆਉਂਦੇ। ਬੜਾ ਕੋਈ ਸਾਨੂੰ ਅੱਤਵਾਦੀ, ਵੱਖਵਾਦੀ, ਕੀ ਕੁਛ ਇਹਨਾਂ ਸਰਕਾਰਾਂ ਨੇ ਸਾਨੂੰ ਨਹੀਂ ਕਿਹਾ, ਅਤੇ ਫਿਰ ਵੀ ਅਸੀਂ ਜਿਹੜੇ ਕਿਸਾਨ ਉੱਥੇ ਡਟੇ ਹੋਏ ਹਾਂ। ਅਸੀਂ ਤਾਂ ਇਹਨਾਂ ਨੂੰ ਕਹਿੰਦੇ ਵੀ ਜਦ ਮਰਜ਼ੀ ਸਾਡੇ ਨਾਲ ਗੱਲ ਕਰੋ, ਨਿਮੇੜੋ। ਕਾਨੂੰਨ ਬਣ ਗਏ ਨੇ, ਮਾੜੇ ਬਣ ਗਏ ਨੇ। ਹੁਣ ਪਹਿਲੀਆਂ 2-3 ਮੀਟਿੰਗਾਂ ਜਾਂ ਸਾਡੀਆਂ ਹੋਈਆਂ, ਮੈਂ 11 ਮੀਟਿੰਗਾਂ 'ਚ ਹਾਜ਼ਰ ਹੁੰਦਾ ਰਿਹਾ ਉੱਥੇ ਜੀ, ਹਰ ਮੀਟਿੰਗ ਦਾ ਹਿੱਸਾ ਬਣਦਾ ਰਿਹਾ। ਪਹਿਲੀਆਂ 2-3 ਮੀਟਿੰਗਾਂ ਦੇ ਵਿੱਚ ਤਾਂ ਇਹ ਕਹੀ ਗਏ ਨੇ ਜੀ ਬੜੇ ਵਧੀਆ ਤੁਹਾਡੇ ਹੱਕ 'ਚ ਬਣਾਏ ਨੇ ਕਿਸਾਨਾਂ ਦੇ ਇਹ ਕਾਨੂੰਨ, ਅਤੇ ਬੜਾ ਫਾਇਦਾ ਹੋ ਜਾਣਾ ਤੁਹਾਨੂੰ, ਇਹ ਹੋ ਜਾਣਾ। ਜਦ ਫਿਰ ਇਕੱਲੇ ਕਾਨੂੰਨ 'ਤੇ ਬਹਿਸ ਹੋਈ, 7-7 ਘੰਟੇ ਮੀਟਿੰਗ ਤੁਹਾਡੇ ਸਾਹਮਣੇ ਚੱਲਦੀ ਰਹੀ ਆ। ਇਕੱਲੇ ਕਾਨੂੰਨ 'ਚ ਅਸੀਂ ਜਦ ਨੁਕਸ਼ ਕੱਢਤੇ, ਫਿਰ 9ਵੀਂ 10ਵੀਂ ਕੁ ਮੀਟਿੰਗ 'ਚ ਜਾ ਕੇ ਕਹਿੰਦੇ ਫਿਰ ਤੁਸੀਂ ਇਹਦੇ ਨੁਕਸ਼ ਦੂਰ ਕਰਾ ਲਓ, ਇਹਨੂੰ ਆਪਾਂ 1.5 ਸਾਲ ਅੱਗੇ ਕਰ ਦਿੰਦੇ ਹਾਂ। ਆਖਰੀ ਮੀਟਿੰਗ ਜਿਹੜੀ ਸਾਡੀ 11ਵੀਂ ਹੋਈ ਉਹਦੇ ਸਾਨੂੰ ਇਹ ਕਹਿ ਕੇ ਉਠਾਇਆ ਗਿਆ 22 ਜਨਵਰੀ ਨੂੰ ਹੋਈ ਬਈ 1.5 ਸਾਲ ਦਾ ਸਮਾਂ ਤੁਸੀਂ ਇਹਨੂੰ ਲੈ ਲਓ। ਆਖਰ 'ਚ ਫਿਰ 2 ਵੀਕ ਸਮਾਂ ਕਰ ਲੈਂਦੇ ਆਪਾਂ ਜੀ। ਉਹ ਸਾਨੂੰ ਇਹ ਲੱਗਿਆ ਵੀ ਜਿਹੜਾ 1.5-2 ਸਾਲ ਦਾ ਸਮਾਂ ਦਿੰਦੇ ਆ, ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜੇ ਮਾੜੇ ਬਣ ਗਏ, ਇਹ ਕਿਹੜਾ ਕੋਈ ਗ੍ਰੰਥ ਲਿਖਤਾ ਆਪਾਂ, ਇਹਨੂੰ ਆਪਾਂ ਦੁਬਾਰਾ ਸੋਧ ਕਰ ਲਾਂਗੇ, ਤੁਸੀਂ ਇਹਨੂੰ ਇੱਕ ਵਾਰੀ ਵਾਪਸ ਲੈ ਲਓ, ਕਿਉਂਕਿ ਤੁਸੀਂ ਕਰੋਨੇ ਦੀ ਆੜ 'ਚ ਬਣਾਏ ਨੇ। ਪਾਰਲੀਮੈਂਟ 'ਚ ਧੱਕੇ ਨਾਲ ਪਾਸ ਕਰਾ ਲਏ, ਰਾਜ ਸਭਾ 'ਚ ਧੱਕੇ ਨਾਲ ਪਾਸ ਕਰਵਾ ਲਏ, ਜਾਂ ਤਾਂ ਸਾਡੀ ਕੋਈ ਕਮੇਟੀ, ਤੁਸੀਂ ਸਾਡੀਆਂ 500 ਜਥੇਬੰਦੀ ਆ, ਹੁਣ ਅਸੀਂ 40 ਜਿਹੜੀਆਂ ਜਥੇਬੰਦੀਆਂ ਦਾ ਇੱਕ ਸੰਯੁਕਤ ਮੋਰਚਾ ਬਣਾਇਆ। ਸਾਡੇ ਨਾਲ ਛੋਟੀਆਂ ਜਥੇਬੰਦੀਆਂ ਹੋਰ ਦੇਸ਼ ਦੀਆਂ 500 ਜਥੇਬੰਦੀ ਜੁੜੀ ਆ ਜੀ। ਵੀ ਉਹਨਾਂ 'ਚੋਂ ਦੱਸ ਦਿਓ ਕਿਸੇ ਨੂੰ ਬੁਲਾ ਕੇ ਤੁਸੀਂ ਪੁੱਛਿਆ ਹੋਵੇ ਵੀ ਸਾਡੇ ਲਈ ਤੁਸੀਂ ਕਾਨੂੰਨ ਬਣਾਉਂਦੇ ਹੋ, ਜੇ ਸਾਨੂੰ ਲੋੜ ਨਹੀਂ ਉਹ ਚੀਜ਼ਾਂ ਦੀ, ਜੇ ਹੁਣ ਤੁਹਾਨੂੰ ਰੋਟੀ ਦੀ ਲੋੜ ਨਾ ਹੋਵੇ, ਧੱਕੇ ਨਾਲ ਤੁਹਾਡੇ ਮੂੰਹ 'ਚ ਬੁਰਕੀਆਂ ਪਾਈ ਜਾਈਏ, ਸਾਨੂੰ ਲੋੜ ਨਹੀਂ, ਸਾਡੇ ਲਈ ਕਾਨੂੰਨ ਕਿਉਂ ਬਣਾਉਂਦੇ ਹੋ? ਕਹਿੰਦੇ ਫਿਰ ਕੁਛ ਜਥੇਬੰਦੀਆਂ ਮੰਗ ਕਰਦੀਆਂ ਇਹ ਕਾਨੂੰਨ ਦੀ। ਅਸੀਂ ਕਿਹਾ ਤੁਹਾਡੀਆਂ ਜਥੇਬੰਦੀਆਂ ਹੋਣੀਆਂ। ਫਿਰ ਇਹਨਾਂ ਨੇ ਪਿਛਲੇ ਸਾਲ ਦੇ ਵਿੱਚ ਮੇਰੇ ਖਿਆਲ ਕਿੰਨੀਆਂ ਸੈਂਕੜੇ ਜਥੇਬੰਦੀਆਂ ਰਜਿਸਟਰ ਵੀ ਕਰਾਈਆਂ, ਜਿਨ੍ਹਾਂ ਨੂੰ ਇੱਕ ਹੋਣਗੇ ਵੀ ਇਹ ਕਾਨੂੰਨ ਬੜੇ ਚੰਗੇ ਨੇ। ਹੁੰਦੇ ਇਹੋ ਜਿਹੇ ਬੰਦੇ ਸਾਰਿਆਂ ਦੇ ਵਿੱਚ ਹੁੰਦੇ ਆ ਜਿਹੜੇ ਚੰਗੇ ਵੀ ਕਹਿਣਗੇ, ਪਰ ਅਸੀਂ ਕਿਹਾ ਅਸੀਂ ਨਹੀਂ ਮੰਨਦੇ। ਜੇ ਤੁਹਾਡੇ ਕਾਨੂੰਨ ਮਾੜੇ ਬਣ ਗਏ ਆ, ਇਹਨਾਂ ਨੂੰ ਇੱਕ ਵਾਰੀ ਵਾਪਸ ਕਰ ਲਓ। ਉਦੋਂ ਬਾਅਦ ਅਰਥ ਸ਼ਾਸਤਰੀ ਲੈ ਲਓ, ਯੂਨੀਵਰਸਿਟੀਆਂ ਦੇ ਕੋਈ ਬੰਦੇ ਲੈ ਲਓ, ਕੋਈ ਕਿਸਾਨ ਲੈ ਲਓ, ਕੁਛ ਤੁਸੀਂ ਆਪਦੇ ਬਿਊਰੋਕਰੇਟ ਲੈ ਲਓ, ਉਹ ਆਪਾਂ ਨਵੇਂ ਕਾਨੂੰਨ ਬਣਾ ਲਓ। ਨਹੀਂ, ਉਹਨਾਂ ਨੇ ਕਿਹਾ ਸੀਗਾ ਜਦੋਂ ਤੁਹਾਡੀ ਮੀਟਿੰਗਾਂ 'ਚ ਗੱਲ ਆਈ ਸੀਗੀ ਉੱਪਰ ਕੇ ਸਾਹਮਣੇ ਕਿ ਆਪਾਂ ਹੁਣ ਵੀ ਕਾਨੂੰਨ ਹੋਲਡ ਕੀਤੇ ਹੋਏ ਨੇ, ਰੋਕੇ ਹੋਏ ਨੇ। ਉਹ ਕਹਿੰਦੇ ਵੀ ਆਪਾਂ ਕਾਨੂੰਨ ਰੋਕ ਦਿੰਦੇ ਹਾਂ 1.5 ਸਾਲ ਜਾਂ 2 ਸਾਲ, ਉਸ ਤੋਂ ਬਾਅਦ ਆਪਾਂ ਕਮੇਟੀ ਬਣਾਉਣੇ, ਉਹ 'ਚ ਸੰਯੁਕਤ ਕਿਸਾਨ ਮੋਰਚੇ ਦੇ ਪਰਸਨ ਵੀ ਹੋਣਗੇ ਅਤੇ ਮਾਹਿਰ ਵੀ ਹੋਣਗੇ, ਉਹ ਨਾਲ ਚੱਲਦੀ ਰਹੇਗੀ। ਜਦੋਂ ਕੋਈ ਗੱਲ ਹੋਊਗੀ ਤਾਂ ਜਦੋਂ ਆਪਾਂ ਕਿਸੇ ਸਿੱਟੇ 'ਤੇ ਪਹੁੰਚ ਗਏ ਤਾਂ ਫਿਰ ਆਪਾਂ ਕਾਨੂੰਨ ਲਾਗੂ ਕਰ ਲਾਂਗੇ, ਸੋਧ ਕਰਕੇ ਲਾਗੂ ਕਰ ਲਾਂਗੇ। ਨਹੀਂ, ਸਾਨੂੰ ਪਤਾ ਸੀ ਵੀ ਐਡੀ ਐਜੀਟੇਸ਼ਨ ਜਿਹੜੀ ਅਸੀਂ ਇੱਥੇ ਖੜੀ ਕਰਕੇ ਲਗਾਏ ਹਾਂ, ਪਹਿਲਾਂ ਪੰਜਾਬ ਦੀਆਂ ਅਸੀਂ ਰੇਲਾਂ 'ਤੇ ਬੈਠੇ ਰਹੇ ਹਾਂ, ਟ੍ਰੇਨਾਂ ਰੋਕੀ ਗਏ ਹਾਂ, ਸਾਡੇ ਕੋਲ ਬੰਦੇ ਹੁਣ ਗਏ ਹੋਏ ਨੇ, ਅਸੀਂ ਕਿਉਂ ਨਾ ਮਨਵਾ ਕੇ ਆਈਏ, ਕਿਉਂ ਨਾ ਜਿਹੜੇ ਮਾੜੇ ਚੀਜ਼ ਬਣੀ ਆ, ਅਸੀਂ ਕਿਹਾ ਤੁਸੀਂ ਉਹ ਸਾਡੀ ਦੂਜੀ ਗੱਲ ਸੀ ਵੀ ਇਹਨਾਂ ਨੂੰ ਵਾਪਸ ਕਰ ਲਓ, ਆਪਾਂ ਕਮੇਟੀ ਬਣਾ ਕੇ ਨਵੇਂ ਬਣਾ ਲੈਂਦੇ ਹਾਂ। ਚਲੋ, ਯਾਨੀ ਤੁਸੀਂ ਕਹਿਣ ਦਾ ਮਤਲਬ ਸੀ ਇੱਕ ਵਾਰੀ ਕਾਨੂੰਨ ਵਾਪਸ ਹੋਣਾ ਚਾਹੀਦਾ ਵੀ ਐਡੇ ਤਰ੍ਹਾਂ ਅਸੀਂ ਤਿਆਰੀ ਨਾਲ ਗਏ ਹਾਂ, ਇੰਨੇ ਮਹੀਨੇ ਸਾਨੂੰ ਬੈਠਿਆਂ ਨੂੰ ਹੋ ਗਏ ਨੇ 3-4, ਅਤੇ ਇਹਨਾਂ ਨੂੰ ਵਾਪਸ ਕਰ ਲਓ, ਆਪਾਂ ਨਵੇਂ ਬਣਾ ਦਾਂਗੇ। ਅਸੀਂ ਇਹ ਗੱਲ 'ਤੇ ਸਰਦਾਰਾ ਸਿੰਘ ਜੌਹਲ ਨੇ ਖੇਤੀਬਾੜੀ ਦੇ ਅਰਥ ਸ਼ਾਸਤਰੀ, ਬਹੁਤ ਮਾਹਿਰ ਨੇ, ਪਦਮ ਭੂਸ਼ਣ ਨੇ, ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਦੀ ਨੀਤੀ ਨੂੰ ਅਪਣਾਇਆ ਜਾਂਦਾ, ਸੁਣਿਆ ਜਾਂਦਾ ਹੈ। ਉਹਨਾਂ ਦਾ ਵੀ ਇੱਕ ਕਹਿਣਾ ਸੀਗਾ ਕਿ ਜੇ ਕਿਸਾਨ ਅੰਦੋਲਨ ਜਾਂ ਕਿਸਾਨ ਆਗੂ ਇਹ ਮੰਗਦੇ ਨੇ ਕਿ ਕਾਨੂੰਨ ਰੱਦ ਕਰਨ, ਪਰ ਉਦੋਂ ਅਗਲਾ ਬਦਲ ਕੀ ਹੋਏਗਾ ਉਹ ਵੀ ਬਣਾਉਣ ਨਾ। ਨਹੀਂ, ਉਹ ਹੈਗਾ ਸਾਡੇ ਕੋਲ ਬਦਲ, ਕੋਈ ਇਹੋ ਜਿਹੀ ਗੱਲ ਨਹੀਂ। ਸਾਡੇ ਕੋਲ ਮਾਹਰ ਵੀ ਹੈਗੇ ਨੇ ਜੀ। ਇਹਨਾਂ ਨੇ, ਮੈਂ ਡਿਬੇਟ 'ਚ ਸੀਗਾ ਲੁਧਿਆਣੇ ਇਹਨਾਂ ਦੇ ਨਾਲ ਫਾਸਟਵੇ 'ਤੇ ਜੀ,
ਉਦੋਂ ਇਹਨਾਂ ਨੇ ਇਕੱਲੇ ਬੰਦਿਆਂ ਨੇ ਇਹਨਾਂ ਨੇ ਕਿਹਾ ਵੀ ਇਹ ਕਾਨੂੰਨ ਚੰਗੇ ਆ। ਪਹਿਲਾਂ ਤਾਂ ਇੱਕ ਵਾਰ ਇਹਨਾਂ ਨੇ ਬੜੇ ਕਹਤਾ ਸੀ ਚੰਗੇ ਨੇ, ਫਿਰ ਜਦ ਦੁਬਾਰਾ ਜਦ ਲੋਕ ਪੈਣ ਲੱਗੇ ਗਲ ਵੀ ਜਿਹੜਾ ਚੰਗੇ ਪੈਂਦਾ ਕਹਿੰਦਾ ਜਾਂ ਉਹ ਕਹਿੰਦਾ ਅਰਥ ਸ਼ਾਸਤਰੀ ਸਾਰੇ ਘੁੰਮਣ ਹੋਣੀ ਸਾਰੇ ਇਹਨਾਂ ਦੇ ਮਗਰ ਪੈ ਗਏ। ਪੰਜਾਬ 'ਚ ਕਿੰਨੇ ਅਰਥ ਸ਼ਾਸਤਰੀ ਆ, ਇਕੱਲੇ ਥੋੜੋ ਨੇ ਇਹ। ਫਿਰ ਇਹ ਵਿੱਚ ਵਿਚਾਲੇ ਆ ਗਏ, ਨਹੀਂ ਮੈਂ ਇਹ ਕਹਿੰਦਾ ਵੀ ਇਹਨੂੰ ਐਂ ਕਰ ਲਓ ਇਹ ਕਰ ਲਓ। ਇਹ ਪਤਾ ਨਹੀਂ ਇਹਨਾਂ ਨੂੰ ਕੀ ਗੱਲ ਹੋਈ ਹੈ, ਇਹ ਵੀ ਅੱਡ ਪਾਰਟੀ ਪੂਟੀ ਬਣਾਉਣ ਦੇ ਚੱਕਰ 'ਚ ਆ ਜਾਂ ਭਾਜਪਾ ਨੇ ਕੋਈ ਇਹਨਾਂ ਨੂੰ ਉਂਗਲੀ ਲਾਤੀ ਵੀ ਤੁਹਾਡੀ ਸਪੋਰਟ ਕਰ ਦਾਂਗੇ। ਇਹੋ ਜਿਹੀ ਕੁਛ ਮੈਨੂੰ ਲੱਗਦਾ ਲੋਕ ਅਧਿਕਾਰ ਕੋਈ ਪਾਰਟੀ ਪੂਟੀ ਬਣ ਰਹੀ ਆ, ਕੋਈ ਉਹਦਾ ਸਿਸਟਮ ਹੋਊਗਾ, ਇਹਨਾਂ ਨੂੰ ਚੰਗੇ ਲੱਗਦੇ ਹੋਣਗੇ ਪਰ ਹੋਰ ਕਿਸੇ ਆਸਤੇ। ਚਲੋ ਜਾਨੀ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਜੌਹਲ ਸਾਹਿਬ ਕਹਿ ਰਹੇ ਹੈਗੇ ਉਹ ਤੁਹਾਡੇ ਕੋਲ ਉਹਦਾ ਬਦਲ ਹੈਗਾ ਪਰ ਕਾਨੂੰਨ ਰੱਦ ਹੋਣ ਤੋਂ ਬਾਅਦ ਦੱਸੋਗੇ। ਹਾਂ, ਉਦੋਂ ਅਸੀਂ ਕਮੇਟੀ ਬਣਾਵਾਂਗੇ, ਉਹ 'ਚ ਦੱਸਾਂਗੇ ਵੀ ਇਹਦੇ 'ਚ ਬਦਲ ਦੇ ਵਿੱਚ ਆਹ ਕਰ ਲਓ। ਇੱਕ ਹੁਣ ਤੁਸੀਂ ਡੈਡਲੌਕ ਖੋਲ੍ਹਣ ਵਾਸਤੇ ਇੱਕ ਚਿੱਠੀ ਲਿਖੀ ਸੀਗੀ, ਚਿੱਠੀ ਲਿਖ ਦਿੱਤੀ। ਉਹ ਕਿਸਾਨ ਜਥੀ ਦੇ 9 ਮੈਂਬਰੀ ਕਮੇਟੀ ਨੇ ਥੋੜ੍ਹਾ ਇਤਰਾਜ਼ ਵੀ ਜਲਾਇਆ। ਪਹਿਲਾਂ ਤਾਂ ਉਹ ਦੱਸੋ ਇਤਰਾਜ਼ ਕੀ ਸੀ ਅਤੇ ਉਸ ਤੋਂ ਬਾਅਦ ਗੱਲ ਕਿੱਥੇ ਰੁਕੀ ਹੋਈ ਹੈ? ਨਹੀਂ, ਉਦੋਂ ਸਾਨੂੰ ਲੱਗਦਾ ਸੀ ਸਾਰੇ ਬੰਦੇ ਵੀ ਸਾਡੇ ਆਮ ਫੈਸਲਾ ਹੁੰਦਾ ਮੀਟਿੰਗ ਦੇ ਵਿੱਚ, ਜਾਂ ਸਾਨੂੰ ਲੋਕ ਵੀ ਕੁਐਸਚਨ, ਤੁਸੀਂ ਵੀ ਜਿਵੇਂ ਅਸੀਂ ਕਿਸੇ ਡਿਬੇਟ 'ਤੇ ਬੈਠਦੇ ਸੀ ਵੀ ਤੁਸੀਂ ਗੱਲ ਕਿਉਂ ਨਹੀਂ ਕਰਦੇ, ਤੁਸੀਂ ਗੱਲ ਕਰ ਨਹੀਂ ਜਾਂਦੇ। ਇਹਨਾਂ ਦੇ ਜਿਹੜੇ ਆਗੂ ਸੀ ਉਹ ਜਾਣ ਕੇ ਕਹਿੰਦੇ ਸੀ ਕਿਸਾਨ ਤਾਂ ਜੀ ਪਿਕਨਿਕ ਮਨਾਉਣ ਗਏ ਹੋਏ ਆ, ਇਹ ਗੱਲਬਾਤ ਥੋੜ੍ਹੋ ਕਰਨ ਗਏ ਉੱਥੇ, ਤਾਂ ਇਹ ਮੌਜ ਨਾਲ ਬੈਠੇ ਆ। ਅਸੀਂ ਕਿਹਾ ਆਓ ਬੈਠੋ ਟਰਾਲੀਆਂ 'ਚ ਸਾਡੇ ਨਾਲ ਪਿਕਨਿਕ ਤੁਸੀਂ ਵੀ ਮਨਾ ਲਓ ਸਾਡੇ ਨਾਲ, ਆਓ ਬੈਠੋ ਤਾਂ ਸਹੀ ਜੀ। ਅਤੇ ਹੋਰ ਜਿਹੜੀਆਂ ਦੂਸਰੀਆਂ ਵੀ ਸਾਡੀਆਂ ਜਥੇਬੰਦ ਇੱਥੇ ਹੈਗੀਆਂ ਨੇ ਪੋਲੀਟੀਕਲ ਪਾਰਟੀਆਂ, ਉਹ ਵੀ ਸਾਡੀ ਸਪੋਰਟ ਪੂਰੀ ਹੈ ਜੀ ਨਾਲ। ਉਹ ਅਸੀਂ ਕਿਹਾ ਸਪੋਰਟ ਤਾਂ ਹੋਊ, ਇੱਕ ਸੜਕ ਤੁਸੀਂ ਮੰਨ ਲਓ। ਹੁਣ ਉੱਥੇ 4-5 MP ਬੈਠੇ ਆ ਕਾਂਗਰਸ ਦੇ, ਉਹ ਜਾ ਕੇ ਡਰਾਮਾ ਕਰਕੇ ਫੋਟੋ ਲਹਾ ਕੇ ਮੁੜੇ ਆਉਂਦੇ ਨੇ ਪੰਜਾਬ ਦੇ ਵਿੱਚ। ਅਸੀਂ ਕਿਹਾ ਜੇ ਤੁਹਾਡੇ ਨਾਲ ਬੰਦੇ ਨੇ, ਤੁਹਾਨੂੰ ਸੜਕਾਂ ਦਿੰਦੇ ਆ, 5 ਸੜਕਾਂ ਅਸੀਂ ਮੰਨ ਲਈ ਬੈਠੇ ਆ, KMP ਵਗੈਰਾ ਤੁਸੀਂ ਮੰਨ ਲਓ ਜਾ ਕੇ, ਫਿਰ ਸਾਡੀ ਸਪੋਰਟ ਦੀ ਗੱਲ ਬਣਦੀ ਆ। ਅਤੇ ਨਹੀਂ ਤਾਂ ਫਿਰ ਅਸੀਂ ਤਾਂ ਪੱਕੇ ਤੌਰ 'ਤੇ ਇਹ ਬੈਠੇ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਨਹੀਂ, ਜਿਹੜੀ ਤੁਸੀਂ ਚਿੱਠੀ ਲਿਖੀ ਸੀ ਉਸ ਤੋਂ ਬਾਅਦ ਸਰਕਾਰ ਦਾ ਕੋਈ ਰਿਸਪੌਂਸ ਆਇਆ? ਉਹ ਫਿਰ ਚਲੋ ਮੈਂ ਇਹ ਗੱਲ ਵਿੱਚ ਰਹਿ ਗਈ ਵੀ ਚਿੱਠੀ ਸੋਚਿਆ ਗਿਆ ਵੀ ਚਲੋ ਵੀ ਸਰਕਾਰ ਨਹੀਂ ਕਰਦੀ। ਲੋਕਾਂ ਨੇ ਵੀ ਕਿਹਾ ਵੀ ਚਲੋ ਸਰਕਾਰ ਆ ਮਾਂ ਬਾਪ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ, ਹੈੱਡ ਆ ਸਾਡਾ, ਚਲੋ ਵੋਟਾਂ ਪਾ ਕੇ ਅਸੀਂ ਬਣਾਇਆ, ਮਾੜਾ ਬਣ ਗਿਆ ਚੰਗਾ ਬਣ ਗਿਆ ਜੀ, ਗਲਤੀਆਂ ਹੋ ਜਾਂਦੀਆਂ। ਅਸੀਂ ਕਿਹਾ ਵੀ ਚਲੋ ਆਪਦੇ ਵੱਲੋਂ ਪਹਿਲ ਕਰ ਦਿਓ ਜੀ, ਅਤੇ ਵੀ ਇੱਕ ਚਿੱਠੀ ਲਿਖਦੇ ਆ ਜਾਓ। ਉਹ ਮੀਟਿੰਗ ਦੇ ਵਿੱਚ ਫੈਸਲਾ ਹੋ ਗਿਆ ਸੀ ਰਸਮੀ, ਅਤੇ ਉਹ ਵੀ ਇੱਕ ਚਿੱਠੀ ਲਿਖ ਦਿਓ। ਉਹ ਡਰਾਫਟ ਕਰਕੇ ਜਿਹੜੀ 9 ਮੈਂਬਰੀ ਸਾਡੀ ਕਮੇਟੀ ਆ ਉਹਨੇ ਚਿੱਠੀ ਫਿਰ ਉਹ ਗੌਰਮੈਂਟ ਨੂੰ ਲਿਖਤੀ ਜੀ। ਉਹ ਚਿੱਠੀ ਚਲੇਗੀ ਗੌਰਮੈਂਟ ਨੂੰ, ਤੇ ਲੋਕਾਂ ਨੇ ਕੁਛ ਅੱਗੋਂ ਦਾ ਵਿਰੋਧ ਕੀ ਸੀ ਵਿੱਚ ਥੋੜਾ ਜਿਹਾ ਕੁਛ ਨਾ ਕੁਛ ਗੱਲ ਨਿਕਲ, ਕਿਉਂਕਿ ਜਿਹੜੀ ਇਹ ਚਿੱਠੀ ਸੀਗੀ, ਚਿੱਠੀ ਦਾ ਫੈਸਲਾ ਹੋ ਗਿਆ ਸੀ ਵੀ ਲਿਖੀ ਜਾਵੇ, ਉਹ ਡਰਾਫਟਿੰਗ ਨਹੀਂ ਪੜਾਈ ਗਈ। ਯਾਨੀ ਵਿੱਚ ਕੀ ਲਿਖਣਾ ਸੀ ਜਾਂ ਕੀ ਗੱਲਾਂ ਹੋਣੀਆਂ ਚਾਹੀਦੀਆਂ ਉਹਦੇ ਤੇ ਉਹ ਡਿਸਕਸ ਨਹੀਂ ਹੋ ਸਕੀ ਡਰਾਫਟਿੰਗ। ਕੁਛ ਜਥੇਬੰਦੀਆਂ ਨੂੰ ਉਹ ਆਬਜੈਕਸ਼ਨ ਸੀਗਾ ਵੀ ਇਹ ਆਪਦੇ ਲੈਵਲ ਤੇ ਲਿਖੀ ਗਈ ਆ, ਪਰ ਉਹ ਫਿਰ ਵਿਰੋਧ ਅਸੀਂ ਠੀਕ ਕਰ ਲਿਆ। ਦੁਬਾਰਾ ਜਾਂ ਮੀਟਿੰਗ ਹੋਈ, ਉਹਨਾਂ ਨੇ ਉਹ ਕਹਿ ਕੇ ਮੰਨ ਲਿਆ ਵੀ ਹਾਂ ਸਾਨੂੰ ਇਹ ਮਨਜ਼ੂਰ ਆ, ਇਹ ਠੀਕ ਗੱਲ ਆ, ਠੀਕ ਹੋਈ ਆ। ਅੱਛਾ, ਚਲੋ ਚਲੋ ਜਦੋਂ ਆਪਾਂ ਵੱਡੇ ਅੰਦੋਲਨ ਚਲਾਉਂਦੇ ਹਾਂ ਕੁਛ ਇਹੋ ਜਿਹੇ ਹੋ ਜਾਂਦੇ ਆ ਵਿਚਾਰ ਕਈ ਗੱਲਾਂ ਦੇ ਵਿੱਚ। ਅੱਛਾ, ਉਸ ਤੋਂ ਬਾਅਦ ਸਰਕਾਰ ਦਾ ਕੋਈ ਰਿਸਪੌਂਸ? ਹਾਂ, ਉਹ ਸਵਾ ਮਹੀਨਾ ਹੋ ਗਿਆ ਸਾਨੂੰ ਚਿੱਠੀ ਲਿਖੀ ਨੂੰ, ਅਤੇ ਲੋਕਾਂ ਨੂੰ ਸਲਾਹਿਆ ਵੀ ਇਹਨਾਂ ਨੇ ਚਿੱਠੀ ਲਿਖਤੀ। ਇਹਨਾਂ ਦੇ ਲੀਡਰਾਂ ਨੇ ਵੀ ਕਿਹਾ ਵੀ ਹਾਂ ਬੜੀ ਵਧੀਆ ਗੱਲ ਹੋਈ ਹੈ, ਛੋਟੇ ਲੈਵਲ ਦੇ ਲੀਡਰਾਂ ਨੇ ਵੀ ਹੁਣ ਗੱਲਬਾਤ ਸ਼ੁਰੂ ਹੋ ਜੂ, ਪਰ ਸਾਨੂੰ ਕੋਈ ਜਵਾਬ ਉਹਦਾ ਚਿੱਠੀ ਦਾ ਨਹੀਂ ਆਇਆ। ਯਾਨੀ ਸਰਕਾਰ ਰਾਜਹੱਟ 'ਚ ਰੁਕੀ ਹੋਈ ਹੈ, ਤੁਸੀਂ ਕਿਸਾਨ ਹੱਕ 'ਚ ਲੱਗੇ ਹੋਏ ਹੋ? ਨਹੀਂ ਇੰਨਾ, ਕਿਉਂਕਿ ਸਰਕਾਰਾਂ ਬਣਾਈਆਂ ਨੇ, ਜੇ ਸਰਕਾਰ ਅਸੀਂ ਬਣਾਉਣ ਜਾਣਦੇ ਹਾਂ, ਤੋੜਨ ਵੀ ਜਾਣਦੇ ਹਾਂ, ਅਸੀਂ ਬਣਾਈਆਂ ਸਰਕਾਰਾਂ ਨੇ, ਸਾਡੀ ਸਰਕਾਰ ਹੁੰਦੀ ਹੈ, ਸਰਕਾਰ ਨੂੰ ਹੱਥ ਛੱਡਣਾ ਚਾਹੀਦਾ। ਹੁਣ PM ਹੈਗਾ ਨੇ, ਅੱਗੇ ਵੀ ਅਸੀਂ ਸਾਡੀਆਂ ਜਥੇਬੰਦੀਆਂ ਜਾਂਦੀਆਂ ਰਹੀਆਂ, ਕੋਈ ਐਜੀਟੇਸ਼ਨ ਅਸੀਂ ਕਰਨੀ ਹੁੰਦੀ ਸੀ ਤਾਂ PM ਸਾਨੂੰ ਸੱਦਾ ਪੱਤਰ ਦੇ ਜਾਂਦਾ ਸੀ। ਕੀ ਉਹ 'ਚ ਹੇਠੀ ਹੋ ਜੂ PM ਜੇ ਸਾਨੂੰ ਸੱਦ ਲੂ? ਕੀ ਸਾਨੂੰ 7 ਸਾਲ ਹੋ ਗਏ PM, ਜਿਹੜੀਆਂ ਜਥੇਬੰਦੀਆਂ 40 ਜਾਂ 500 ਜਥੇਬੰਦੀ ਸਾਡੇ ਨਾਲ ਜਿਹੜੀ ਹੈ, ਇਹਨੇ ਕਿਸੇ ਨਾਲ ਮੁਲਾਕਾਤ ਕੀਤੀ ਜਥੇਬੰਦੀ ਨਾਲ, ਕੋਈ ਦੁੱਖ ਜਾਣਿਆ? ਇਹ ਆਪਦੀ ਮਨ ਕੀ ਬਾਤ ਹੈ ਸਾਨੂੰ ਸੁਣਾਈ ਹੈ ਨੇ। ਸਾਡੀ ਮਨ ਕੀ ਬਾਤ ਆ ਜਿਹੜਾ 60-70% ਖੇਤੀ ਕਰਦਾ ਇੱਥੇ, ਇਹ ਲਾਣਾ ਬਾਣਾ ਸਾਡਾ, ਉਹਨੂੰ ਤਾਂ ਇਹਨੇ ਸੁਣਿਆ ਹੀ ਨਹੀਂ। ਅਤੇ ਪਤਾ ਨਹੀਂ ਮੁਸ਼ਕ ਆਉਂਦਾ ਸਾਡੇ ਕੋਲੋਂ। ਮੈਂ ਕਿਹਾ ਕੱਪੜੇ ਕੁੱਪੜੇ ਵਧੀਆ ਪਾਉਂਦੇ ਹਾਂ ਅਸੀਂ ਵੀ, ਬ੍ਰੈਂਡਡ ਪਾ ਲੈਂਦੇ ਹਾਂ, ਅਤੇ ਇੱਤਰ ਉੱਤਰ ਵੀ ਲਾ ਲੈਂਦੇ ਹਾਂ, ਵੀ ਸਾਨੂੰ ਸੱਦ ਲਿਆ ਜਾਵੇ, ਐਡੀ ਮੁਸ਼ਕ ਵਾਲੀ ਗੱਲ ਨਹੀਂ ਹੈਗੀ। ਜੇ ਤੂੰ ਜੈਕਟਾਂ 10-10 ਲੱਖ ਦੀਆਂ ਪਾਉਣਾ, ਚਲੋ 5-7 ਹਜ਼ਾਰ ਵਾਲਾ ਅਸੀਂ ਵੀ ਪਾ ਲੈਂਦੇ ਹਾਂ। ਚਲੋ ਕਹਿਣ ਦਾ ਮਤਲਬ ਇਹ ਹੈ ਤੁਹਾਡਾ ਇਤਰਾਜ਼ ਇਹ ਹੈ ਵੀ ਕਿਤੇ ਨਾ ਕਿਤੇ ਉਹ ਤੁਹਾਨੂੰ ਨਜ਼ਰ ਅੰਦਾਜ਼ ਕਰ ਰਹੇ ਨੇ, ਖੁਦ ਨਹੀਂ ਮਿਲ ਰਹੇ। ਪਰ ਸਰਕਾਰ ਜਿਹੜੀਆਂ 11 ਮੀਟਿੰਗਾਂ ਹੋਈਆਂ, 11 ਬੈਠਕਾਂ ਹੋਈਆਂ, ਫਿਰ ਆਪਾਂ ਕੀਤੀਆਂ ਹੀ ਕਿਉਂ, ਜਾਂ ਉਹਨਾਂ ਨੇ ਬੁਲਾਈਆਂ ਹੀ ਕਿਉਂ? ਨਹੀਂ, ਸਾਨੂੰ ਲੱਗਦਾ ਸੀ, ਅਸੀਂ ਤਾਂ ਆਸ ਨਾਲ ਜਾਂਦੇ ਸੀ ਹਾਂਜੀ ਵੀ ਅੱਜ ਮਸਲਾ ਹੋ ਜਾਊਗਾ, ਪਰ ਮੈਨੂੰ ਲੱਗਦਾ ਸੀ ਜਿਹੜੇ ਮਿਨਿਸਟਰਸ ਵੀ ਐਡੇ ਕੈਪੇਬਲ ਨਹੀਂ ਸੀ ਉਹ, ਕਿਉਂਕਿ ਜਦ ਸਾਡੇ ਨਾਲ ਗੱਲ ਕਰਦੇ ਸੀ 15 ਮਿੰਟ ਬਾਅਦ ਕਹਿੰਦੇ ਸੀ ਉਹ ਰਾਏ ਕਰਨ ਚਲੇ ਜਾਂਦੇ ਸੀ। ਅੱਛਾ ਜੀ, ਉਹਨਾਂ ਨੂੰ ਹੈ ਹੀ ਨਹੀਂ ਸੀ ਵੀ ਅਸੀਂ ਕੀ ਕਰਨਾ, ਅਤੇ ਫੈਸਲਾ ਲੈਣ ਦੇ ਯੋਗ ਹੀ ਨਹੀਂ ਸੀ ਜੋ ਮੈਨੂੰ ਲੱਗਦਾ। ਅਸੀਂ ਤਾਂ ਹੀ ਤਾਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਆ ਵੀ ਪ੍ਰਧਾਨ ਮੰਤਰੀ ਸਿੱਧਾ ਸੱਦ ਲਵੇ, ਹੋ ਸਕਦਾ ਮਸਲਾ ਸਾਡਾ ਉੱਥੇ ਅਸੀਂ ਬੈਠ ਜਾਈਏ 2-4 ਘੰਟੇ, ਵੀ ਮਸਲਾ ਹੱਲ ਹੋ ਜਾਵੇ। ਜਾਣੀ ਜਿਹੜੇ ਵਿੱਚ ਵਿਚੋਲੇ ਸੀ ਜਾਂ ਜਿਹੜੇ ਮੈਡੋਕਰ ਸੀ ਜਿਹੜੇ ਗੱਲ ਕਰਵਾਉਂਦੇ ਸੀ, ਉਹ ਇੰਨੇ ਕੈਪੇਬਲ ਨਹੀਂ ਸੀਗੇ, ਯੋਗ ਨਹੀਂ ਸੀਗੇ। ਹਾਂ, ਉਹ ਯੋਗ ਨਹੀਂ ਸੀ, ਉਹਨਾਂ ਨੂੰ ਗੱਲ ਨਹੀਂ ਸੀ ਬਣਦੀ, ਫੈਸਲਾ ਲੈਣ ਦੇ ਯੋਗ ਨਹੀਂ ਸੀ, ਨਹੀਂ ਤਾਂ ਫੈਸਲਾ ਹੋ ਸਕਦਾ ਸੀ। ਹੁਣ ਜਿਹੜੀ ਅੰਦੋਲਨ ਇੱਕ ਪੀਕ 'ਤੇ ਚਲਾ ਗਿਆ ਉੱਪਰ, ਯਾਨੀ ਕਿ ਇੱਕ ਜਿਹੜੀ ਹੱਦ ਹੁੰਦੀ ਹੈ ਉੱਥੇ ਪਹੁੰਚ ਗਿਆ। ਹੁਣ ਤਾਂ ਸਭ ਨੂੰ ਇਹ ਲੱਗਦਾ ਕਿ ਹੋਏਗਾ ਕੀ,
ਹੁਣ ਗੱਲਾਂ ਇਹ ਵੀ ਚੱਲ ਰਹੀਆਂ ਕਿ ਕੁਝ ਜਥੇਬੰਦੀਆਂ ਨੇ ਜਿਵੇਂ ਕਿ ਦਾਦੂਵਾਲ ਨੇ ਐਲਾਨ ਕੀਤਾ ਕਿ ਅਸੀਂ ਤਾਲਮੇਲ ਕਰਾਵਾਂਗੇ। ਇੱਥੇ ਸਟੂਡੀਓ 'ਚ ਮਦਨ ਮੋਹਨ ਮਿੱਤਲ ਜੀ ਵੀ ਕਹਿ ਕੇ ਗਏ ਹੈ ਕਿ ਅਸੀਂ ਗੱਲਬਾਤ ਕਰਾਵਾਂਗੇ। ਕੀ ਤੁਹਾਡੇ ਨਾਲ ਕਿਸੇ ਨੇ ਰਾਬਤਾ ਚਲਾਇਆ? ਨਹੀਂ, ਮੇਰੇ ਨਾਲ ਤਾਂ ਫੋਨ ਤੇ ਹੀ ਗੱਲ ਹੋਈ ਆ ਮਦਨ ਮੋਹਨ ਜੀ ਨਾਲ, ਉਹ ਵੀ ਇੱਕ ਟੀਵੀ ਰਾਹੀਂ ਚੈਨਲ ਰਾਹੀਂ ਉਹਨਾਂ ਨੇ ਮੈਨੂੰ ਲਾਈਨ ਤੇ ਲੈ ਲਿਆ ਸੀਗਾ। ਹਾਂਜੀ। ਤੇ ਉਹ ਕਹਿੰਦੇ ਵੀ ਠੀਕ ਆ। ਮੈਂ ਕਿਹਾ ਵੀ ਅਸੀਂ ਵੈਲਕਮ ਕਰਾਂਗੇ, ਤੁਸੀਂ ਕੋਈ ਬਣ ਜਾਓ ਵਿੱਚ, ਸਾਡੀ ਗੱਲਬਾਤ ਤਾਂ ਚਲੋ ਚਾਹੀਦਾ ਹੀ ਹੁੰਦਾ ਬੰਦਾ, ਤੁਸੀਂ ਕਰਵਾਓ। ਫਿਰ ਉਹਨਾਂ ਨੇ ਕਿਹਾ ਵੀ ਦੱਸੋ ਤੁਸੀਂ ਕਦੋਂ ਅਸੀਂ ਮਿਲੀਏ। ਮੈਂ ਕਿਹਾ ਸਿੰਘੂ ਬਾਰਡਰ ਤੇ ਬੈਠੇ ਆ ਜਾਓ ਮਿਲ ਲਓ। ਕਹਿੰਦੇ ਸਿੰਘੂ ਤੇ ਨਹੀਂ ਆ ਸਕਦੇ। ਮੈਂ ਕਿਹਾ ਅਸੀਂ ਆ ਜਾਾਂਗੇ, ਤੁਸੀਂ ਸਿੰਘੂ ਦੇ ਨੇੜੇ ਆ ਜਾਓ, ਕਿਤੇ 5-10 ਕਿਲੋਮੀਟਰ ਤੇ ਦਿੱਲੀ ਆ ਜਾਓ, ਕਿਤੇ ਹਰਿਆਣੇ 'ਚ ਆ ਜਾਓ, ਕਿਸੇ ਰੈਸਟ ਹਾਊਸ 'ਚ ਆ ਜਾਓ, ਅਸੀਂ ਆ ਜਾਾਂਗੇ, ਸਾਨੂੰ ਟਾਈਮ ਦਿਓ, ਸਮਾਂ ਦਿਓ, ਅਸੀਂ ਆਉਣ ਨੂੰ ਤਿਆਰ ਹਾਂ। ਅਸੀਂ ਉੱਥੇ ਬੈਠੇ ਈਕੋ ਕਰ ਲੂੰਗਾ, ਹੋਰ ਕਰਨ ਕੀ ਗਏ ਹੋਏ ਹਾਂ ਅਸੀਂ। ਅੱਛਾ, ਐਕਚੁਅਲੀ ਬੀਜੇਪੀ ਆਗੂਆਂ ਦੇ ਵਿੱਚ ਇਹ ਡਰ ਫੈਲਿਆ ਹੋਇਆ ਹੈ। ਇਹ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਜਿਵੇਂ ਅਰੁਣ ਨਰੰਗ ਦੇ ਕੱਪੜੇ ਪਾੜ ਦਿੱਤੇ, ਜਾਂ ਆਹ ਕੱਲ੍ਹ ਪਰਸੋਂ ਦੀ ਗੱਲ ਹੈ ਸੋਮ ਪ੍ਰਕਾਸ਼ ਦੇ ਮਗਰ ਉਹਦੀ ਗੱਡੀ ਗੁੱਡੀ ਭੰਨਤੀ, ਹੋਰ ਇਹ ਕੀ ਇਹ ਠੀਕ ਹੈ? ਪਹਿਲਾਂ ਤੁਸੀਂ ਦੱਸੋ। ਜੇ ਵਿਰੋਧ ਕਰਨਾ ਤਾਂ ਇੱਕ ਵੱਖਰੀ ਚੀਜ਼ ਹੈ, ਕਿਸੇ ਤੇ ਅਟੈਕ ਕਰਨਾ ਜਾਂ ਹਮਲਾ ਕਰਨਾ, ਇਸ ਤਰ੍ਹਾਂ ਦੀ ਗੱਲ ਕਿੰਨੀ ਕੁ ਵਾਜਿਬ ਲੱਗਦੀ ਹੈ ਤੁਹਾਨੂੰ? ਨਹੀਂ, ਇਹ ਭੜਕਾਉਂਦੇ ਆ, ਇਹ ਗਲਤ ਬਿਆਨ ਇਹਨਾਂ ਦੇਣ, ਇਹ ਨਾ ਸਾਡੇ ਉਲਟ ਬੋਲਣ। ਅਸੀਂ ਇਹਨਾਂ ਨੂੰ ਕਿਹਾ, ਸਮਝਾਇਆ ਗਰੇਵਾਲ ਹੋਣਾ ਨੂੰ ਵੀ ਤੁਸੀਂ ਪੰਜਾਬ 'ਚ ਪਲੇ ਹੋ, ਪੰਜਾਬ ਦਾ ਖਾਧਾ, ਪੰਜਾਬ ਦੇ ਪਾਣੀ ਪੀਤਾ, ਪੰਜਾਬ ਦੀ ਮਿੱਟੀ 'ਚ ਪੈਦਾ ਹੋਏ ਹੋ, ਤੁਸੀਂ ਸਾਨੂੰ ਚੰਗਾ ਨਹੀਂ ਕਹਿਣਾ, ਮਾੜਾ ਤਾਂ ਨਾ ਕਹੋ। ਇਹ ਭੜਕਾਉਂਦੇ ਆ, ਇਹਦਾ ਕੁਝ ਨਹੀਂ ਹੋ ਸਕਦਾ, ਇਹ ਤਾਂ ਐਵੇਂ ਬੈਠੇ ਆ, ਇਹ ਮੌਜਾਂ ਕਰਦੇ ਆ, ਦਾਰੂਆਂ ਪੀਂਦੇ ਨੇ, ਕਿਸਾਨ ਫਲਾਣਾ। ਇਹਦੇ ਘਰੋਂ ਪੀਂਦਾ ਕੋਈ ਦਾਰੂ? ਕਿਸਾਨ ਜੇ ਆਪਦੀ ਲਿਆ ਕੇ ਕੋਈ ਪੀ ਲੈਂਦਾ। ਇਹਨਾਂ ਦੇ ਜਿਹੜੇ ਅਗਰੈਸਿਵ ਬਿਆਨ ਨੇ ਜਾਂ ਭੜਕਾਊ ਬਿਆਨ ਨੇ, ਉਹਨਾਂ ਦਾ ਜਵਾਬ ਹੈ, ਉਹਨਾਂ ਦਾ ਜਵਾਬ ਆ ਇਹ। ਤੇ ਦੂਸਰਾ ਅਸੀਂ ਕਹਿੰਦੇ ਆ ਵੀ ਇਹ ਹੱਲ ਕਰਾਉਣ ਸਾਡਾ। ਜੇ ਇਹੋ ਜਿਹਾ ਕੁਛ ਨਾ ਕਰਦੇ, ਭਾਜਪਾ ਵਾਲੇ ਸਾਡੇ ਨਾਲ ਸਿੱਧੇ ਹੋ ਕੇ ਲੜਦੇ, ਉੱਥੇ ਜਾ ਕੇ ਬੈਠ ਜਾਂਦੇ ਸਾਰੀ ਭਾਜਪਾ ਦੀ ਇੱਥੇ ਹੀ ਟੀਮ, ਵੀ ਇਹਨਾਂ ਦਾ ਕਰੋ ਹੱਲ ਕਰੋ, ਸਾਡਾ ਮਸਲਾ ਵੀ ਹੱਲ ਹੋ ਸਕਦਾ ਸੀਗਾ। ਪਰ ਇਹਨਾਂ ਨੇ ਉਹਨਾਂ ਨੂੰ ਕਿਹਾ ਕੁਛ ਨਹੀਂ, ਗੱਲ ਕੁਛ ਨਹੀਂ, ਇਹਨਾਂ ਨੇ ਵਾਪਸ ਚਲੇ ਜਾਣਾ, ਇਹ ਹੋ ਜਾਣਾ। ਤੇ ਹੁਣ ਕਿੱਥੇ ਗੱਲ ਪਹੁੰਚ ਗਈ ਹੈ। ਅੰਦੋਲਨ ਦੀ ਪ੍ਰਸਿੱਧੀ ਵਿਸ਼ਵ ਪੱਧਰ ਤੇ ਹੋਣ ਕਰਕੇ ਜਾਂ ਲੋਕਾਂ ਦਾ ਵਿਸ਼ਵ ਪੱਧਰ ਤੇ ਹੁੰਗਾਰਾ ਮਿਲਣ ਤੋਂ ਬਾਅਦ ਇਹ ਲੱਗਦਾ ਕਿ ਸਿਆਸੀ ਰੰਗ ਵੱਲ ਮੁੜਦਾ ਜਾ ਰਿਹਾ। ਜਿਵੇਂ ਕਿ ਬੀਤੇ ਦਿਨੀ ਕੋਈ ਵੀ ਆਗੂ ਸੀਗਾ, ਜਿਹੜਾ ਕਿਸੇ ਵੀ ਪਾਰਟੀ ਦਾ ਆਗੂ ਸੀਗਾ, ਪਿੰਡ 'ਚ ਜਾਂਦਾ ਸੀ, ਉਹ ਸਾਰਿਆਂ ਦਾ ਵਿਰੋਧ ਹੁੰਦਾ ਸੀ। ਫਿਰ ਸੰਯੁਕਤ ਕਿਸਾਨ ਮੋਰਚੇ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਸਿਰਫ ਭਾਜਪਾ ਦਾ ਹੀ ਵਿਰੋਧ ਕੀਤਾ ਜਾਵੇ, ਤੇ ਇਹੀ ਨੀਤੀ ਤੁਸੀਂ ਬੰਗਾਲ ਦੇ ਵਿੱਚ ਅਪਣਾਈ। ਕੀ ਹੈ ਇਹ ਕਾਰਨ? ਨਹੀਂ, ਅਸੀਂ ਜਿਹੜਾ ਕੀ ਦੂਸਰੀਆਂ ਪਾਰਟੀਆਂ ਠੀਕ ਕਰਨਗੀਆਂ? ਨਹੀਂ, ਦੂਸਰੀਆਂ ਪਾਰਟੀਆਂ ਦਾ ਅਸੀਂ ਸਾਰਿਆਂ ਨਾਲ ਕਿਉਂ ਅਸੀਂ ਅਜੇ ਲੜਾਈ ਮੁੱਲ ਲਈਏ? ਅਸੀਂ ਸਾਡੀ ਭਾਜਪਾ ਨਾਲ ਲੜਾਈ ਆ। ਦੂਜੀਆਂ ਜਥੇਬੰਦੀਆਂ ਤਾਂ ਉਹ ਸਾਨੂੰ ਜਾਂ ਪਾਰਟੀਆਂ ਕਹਿੰਦੀਆਂ ਅਸੀਂ ਮਦਦ ਕਰਦੇ ਹਾਂ, ਕਾਨੂੰਨਾਂ ਦੀ ਮਦਦ ਕਰਦੇ ਹਾਂ। ਅਕਾਲੀ ਦਲ ਪਹਿਲਾਂ ਬੋਲਦਾ ਸੀ, ਉਹ ਵੀ ਅਸੀਂ ਸਿੱਧਾ ਕਰ ਲਿਆ, ਉਹ ਵੀ ਅਸਤੀਫਾ ਦੇ ਕੇ ਬਾਹਰ ਆ ਗਿਆ, ਇਹਨਾਂ ਨੂੰ ਬਾਹਰ ਕੱਢਤਾ ਉਹਨਾਂ ਨੇ। ਤੇ ਕਾਂਗਰਸ ਵੀ ਸਾਡਾ ਚਲੋ ਹਾਰ ਦਾ ਨਾਰਾ ਮਾਰਦੀ ਆ, ਤੇ ਇਹ ਭਾਜਪਾ ਵਾਲੇ ਸਾਡੇ ਉਲਟ ਬੋਲਦੇ, ਫਿਰ ਇਹਨਾਂ ਦਾ ਹੀ ਵਿਰੋਧ ਹੋਣਾ। ਤੇ ਹਰਿਆਣੇ 'ਚ ਵੀ ਇਹ ਖੱਟਰ ਦੇਖੋ, ਸਾਡੇ ਰੋਜ਼ ਹੀ ਉਲਟ ਬੋਲਦਾ, ਰੋਜ਼ ਹੀ ਕਿੰਨੇ ਮਾੜੇ ਬਿਆਨ ਦਿੰਦਾ ਜੀ, ਸਾਡੀਆਂ ਧੀਆਂ ਭੈਣਾਂ ਵੱਲ ਝਾਕਦੇ ਆ, ਕਦੇ ਇਹੋ ਜਿਹਾ ਕੁਛ, ਇਹੋ ਜਿਹੇ ਗੱਲਾਂ ਨੇ ਕੋਈ ਕਰਨ ਵਾਲੀਆਂ ਜੋ ਇਹ ਸਾਡੇ 'ਤੇ ਇਲਜ਼ਾਮ ਲਾਉਂਦੇ ਆ। ਉਹਦੇ ਲਈ ਅਸੀਂ ਇਹਨਾਂ ਦਾ ਵਿਰੋਧ ਇਕੱਲਾ ਪੰਜਾਬ 'ਚ ਨਹੀਂ, ਹਰਿਆਣਾ, ਯੂਪੀ ਅਸੀਂ ਕਰਦੇ ਹਾਂ। ਜਿੱਥੇ ਜ਼ਿਆਦਾ ਤਕੜੇ ਹਾਂ ਉੱਥੇ ਜ਼ਿਆਦਾ ਤਰ੍ਹਾਂ ਕਰਦੇ ਹਾਂ, ਪਰ ਕੋਈ ਇਹੋ ਜਿਹੀ ਸਾਡੀ ਮਨਸ਼ਾ ਨਹੀਂ ਹੈਗੀ। ਇਹ ਸਾਨੂੰ ਭੜਕਾਉਂਦੇ ਆ। ਜੇ ਕੋਈ ਇਹੋ ਜਿਹੇ ਬੰਦੇ ਕੱਪੜੇ ਕੁੱਪੜੇ ਫਾੜਦੇ ਆ ਤਾਂ ਇਹਨਾਂ ਦੇ ਬਿਆਨ ਜਿਹੜੇ ਆ ਉਹ ਇਹਨਾਂ ਦੇ ਆਪਦੇ ਨਹੀਂ, ਫਿਰ ਵੀ ਇੱਕ ਇਨਸਾਨੀ ਤੌਰ ਤੇ ਤਾਂ ਨਹੀਂ, ਉਹ ਗਲਤ। ਅਸੀਂ ਉਹਨੂੰ ਅਸੀਂ ਕਿਹਾ ਵੀ ਗਲਤ ਹੋਇਆ, ਵੀ ਇਹ ਕੱਪੜੇ ਨਹੀਂ ਫਾੜਨੇ ਚਾਹੀਦੇ ਸੀ। ਵਿਰੋਧ ਕਰਨ ਦੇ ਬੜੇ ਤਰੀਕੇ ਅਸੀਂ ਇਹਨਾਂ ਨੂੰ ਅਸੀਂ ਆਪ ਸਪਸ਼ਟ ਤੌਰ ਤੇ ਕਿਸਾਨਾਂ ਨੂੰ ਕਿਹਾ ਵੀ ਵਿਰੋਧ ਕਰਨਾ, ਕਾਲੀਆਂ ਝੰਡੀਆਂ ਲਾਓ, ਪਿੰਡਾਂ 'ਚ ਨਾ ਵੜਨ ਦਿਓ, ਇਹਨਾਂ ਨੂੰ ਮੂੰਹ ਨਾ ਲਾਓ। ਹਾਂ। ਅੱਛਾ, ਦੂਸਰਾ ਹੁਣ ਆਪਾਂ ਸਿਆਸੀ ਰੰਗ ਦੀ ਗੱਲ ਕਰੀਏ ਤਾਂ ਟਕੈਤ ਸਾਹਿਬ ਵਿਸ਼ੇਸ਼ ਤੌਰ ਤੇ ਮਮਤਾ ਬੈਨਰਜੀ ਨੂੰ ਮਿਲ ਕੇ ਆਏ, ਇਸ ਨੂੰ ਕਿਵੇਂ ਦੇਖਿਆ ਜਾਵੇ? ਨਹੀਂ, ਚਲੋ ਇੱਕ ਮੁੱਖ ਮੰਤਰੀ ਆ, ਤਕੜੀ ਮੁੱਖ ਮੰਤਰੀ ਆ, ਜਿਹੜੀ ਇੰਡੀਆ ਦੇ ਵਿੱਚ ਕੋਈ ਲੀਡ ਕਰ ਸਕਦੀ ਹੈ, ਜਾਂ ਕੋਈ ਵਿਰੋਧੀ ਬਦਲ ਵਿੱਚੋਂ ਰੋਕ ਕੇ ਕਹਾਂ ਕਿ ਸ਼ਾਇਦ ਪੀਐਮ ਨੂੰ ਪ੍ਰਮੋਟ ਕਰਨਾ ਚਾਹੁੰਦੇ ਤੁਸੀਂ? ਨਹੀਂ, ਹੁਣ ਅਸੀਂ ਇਹੀ ਤਾਂ ਸਾਡੀ ਮਾੜੀ ਹਾਲਤ ਆ। ਜੇ ਸਾਡੇ ਕੋਲ ਆਪੋਜੀਸ਼ਨ ਤਕੜੀ ਹੁੰਦੀ, ਸਾਡੇ ਨਾਲ ਚੰਗੀ ਤਰ੍ਹਾਂ ਆ ਕੇ ਖੜ ਜਾਂਦੀ, ਤਾਂ ਕੁਛ ਗੱਲ ਇਹ ਵੀ ਬਣ ਸਕਦੀ ਸੀ। ਪਰ ਆਪੋਜੀਸ਼ਨ ਇੰਨੀ ਕਮਜ਼ੋਰ ਆ, ਤੇ ਆਪੋਜੀਸ਼ਨ ਨੂੰ ਤਕੜੀ ਹੋਣਾ ਚਾਹੀਦਾ ਦੇਸ਼ ਦੇ ਵਿੱਚ ਪੈਰਲਲ, ਜਿਹੜਾ ਤਾਂ ਕੰਮ ਚੱਲਦਾ। ਯਾਨੀ ਕਿ ਤੁਹਾਡੇ ਹੱਕ 'ਚ ਮਮਤਾ ਵਿਸ਼ੇਸ਼ ਤੌਰ ਤੇ ਖੜ ਸਕਦੀ? ਮਮਤਾ ਨੇ ਸਾਡੇ ਲਈ ਹੱਕ 'ਚ ਬਿਆਨ ਵੀ ਦਿੱਤੇ ਆ, ਤੇ ਅਸੀਂ ਜਾ ਕੇ ਅਸੀਂ ਇਹ ਨਹੀਂ ਸੀ ਕਿਹਾ ਵੀ ਮਮਤਾ ਦੀ ਮਦਦ ਕਰਨ ਗਏ ਆ। ਬੰਗਾਲ ਦੇ ਵਿੱਚ ਤੁਸੀਂ ਜਿਹੜੇ ਸਾਡੇ ਲੀਡਰ ਸਾਹਿਬਾਨ ਗਏ ਆ, ਸਾਰਿਆਂ ਨੇ ਇਹ ਕਿਹਾ ਵੀ ਜਿਹੜਾ ਜਿੱਤਣ ਵਾਲਾ ਬੰਦਾ, ਅਸੀਂ ਭਾਜਪਾ ਦੀ ਵਿਰੋਧਤਾ ਕਰਦੇ ਹਾਂ, ਭਾਜਪਾ ਨੂੰ ਵੋਟ ਨਹੀਂ ਪਾਉਣੀ, ਜਿਹੜਾ ਬੰਦਾ ਜਿੱਤਣ ਵਾਲਾ ਉਹਨੂੰ ਵੋਟ ਪਾਓ। ਤੇ ਹੁਣ 77 ਸੀਟਾਂ ਤਾਂ 70-80 ਸੀਟਾਂ ਤਾਂ ਉੱਥੇ ਲੈ ਗਈ ਭਾਜਪਾ, 3 ਨਹੀਂ ਤਾਂ 200 ਕਹਿੰਦੀ ਸੀ। ਇਹਨਾਂ ਦਾ ਜਿਹੜਾ ਪਹਿਲਾਂ MP ਦੀਆਂ ਸੀਟਾਂ, ਹਾਂ, ਜੇ ਕਿਤੇ ਅੰਦੋਲਨ ਨਾ ਹੁੰਦਾ ਤਾਂ ਭਾਜਪਾ ਸਰਕਾਰ ਉੱਥੇ ਬਣਾ ਗਈ ਸੀ। ਇਹ ਤਾਂ ਅੰਦੋਲਨ ਨੇ ਸਰਕਾਰ ਰੋਕੀ ਹੈ। ਹੁਣ ਤੁਸੀਂ ਦੇਖ ਲਓ ਯੂਪੀ ਦੇ ਵਿੱਚ 1100 ਸੀਟ ਜਿਹੜੀਆਂ ਆਹ ਛੋਟੀਆਂ ਇਲੈਕਸ਼ਨਾਂ ਹੋਈਆਂ ਨੇ, ਉਹਦੇ 'ਚ 1100 ਸੀਟ ਇੱਕ ਟਰੈਕਟਰ ਦੇ ਚੋਣ ਨਿਸ਼ਾਨ 'ਤੇ ਬੰਦੇ ਲੜ ਗਏ ਨੇ। ਕੋਈ ਕਿਸੇ ਜਥੇਬੰਦੀ ਦਾ ਥੋੜ੍ਹਾ ਬੰਦਾ ਸੀ, ਜਾਂ ਕਿਸੇ ਪਾਰਟੀ ਦੇ ਬੰਦੇ ਥੋੜ੍ਹੋ ਸੀਗੇ, ਉਹ ਆਪ ਹੀ ਲੋਕਾਂ ਨੇ ਵੋਟਾਂ ਪਾਤੀਆਂ ਨੇ। ਚਲੋ, ਕਹਿਣ ਦਾ ਮਤਲਬ ਵੀ ਕਿਸਾਨ ਅੰਦੋਲਨ ਇੱਕ ਟਰੈਕਟਰ ਚੋਣ ਨਿਸ਼ਾਨ ਨਿਕਲ ਕੇ ਸਾਹਮਣੇ ਆਇਆ, ਜਿਹੜਾ ਕਿਸਾਨੀ ਵਰਗ ਦੀ ਪ੍ਰਤੀਨਿਧਤਾ ਕਰਦਾ ਹੈ। ਹੁਣ ਗੱਲ ਇਹ ਵੀ ਆ ਰਹੀ ਹੈ, ਜਿਵੇਂ ਕਿ ਮੈਂ ਇੱਕ ਗੱਲ ਕਰਾਂ ਹਰਦੀਪ ਸਿੰਘ ਡਿਬਡੇਬਾ ਦੀ,
ਉਹਨਾਂ ਨੇ ਇੱਕ ਵਿਸ਼ੇਸ਼ ਮੀਡੀਆ ਤੇ ਰਿਕਾਰਡਡ ਕਿਹਾ ਕਿ ਸਾਡੇ ਵੱਲੋਂ ਲੋਕ ਅਧਿਕਾਰ ਲਹਿਰ ਦੀ ਤੁਸੀਂ ਜਿਹੜੀ ਗੱਲ ਕੀਤੀ ਹੈ ਉਹ ਪਾਰਟੀ ਦੇ ਵਿੱਚ ਉਹ ਗਰਾਊਂਡ ਬਣਾ ਰਹੇ ਕੁਝ ਜਿਹੜੇ ਸਿਆਸੀ ਰਣਨੀਤਿਕ ਤੇ ਚਾਹਵਾਨ ਨੇ ਕਿਸਾਨ ਆਗੂ ਵਿਸ਼ੇਸ਼ ਤੌਰ ਤੇ ਇੱਥੋਂ ਲੜਨਗੇ ਸੀਟ। ਨਹੀਂ ਚਲੋ ਲੜੀ ਜਾਣ, ਹਰੇਕ ਨੂੰ ਅਧਿਕਾਰ ਆਪਦੀ ਪਾਰਟੀ ਬਣਾਉਣ ਦਾ, ਅੱਗੇ ਵੀ ਬੜੀਆਂ ਪਾਰਟੀਆਂ ਬਣੀਆਂ ਨੇ। ਨਹੀਂ ਕਿਸਾਨ ਅੰਦੋਲਨ 'ਚ ਕੁਝ ਲੀਡਰ ਆਉਣਗੇ ਜੀ। ਚਲੋ ਦੇਖਦੇ ਹਾਂ, ਅਸੀਂ ਵੀ ਵੇਟ ਕਰਦੇ ਹਾਂ ਵੀ ਕੌਣ ਆਉਂਦਾ ਤੇ ਪਤਾ ਲੱਗ ਜੂ। ਪਰ ਅਜੇ ਜਿਹੜੇ ਸਾਡੇ ਸੀਨੀਅਰ ਲੀਡਰ ਆ ਜਾਂ ਉਹਨਾਂ ਨਾਲ ਗੱਲ ਕਰ ਲਓ। ਅਜੇ ਮੇਨ ਸਾਡਾ ਤਾਂ ਮੁੱਦਾ ਇਹੀ ਆ, ਅਸੀਂ ਇਹ ਕਹਿੰਦੇ ਆ ਵੀ ਲੋਕਾਂ ਨੂੰ ਵੀ ਇਹ ਕਹਿੰਦੇ ਆ ਵੀ ਇੱਧਰ ਪਾਸੇ ਨਾ ਜਾਓ, 7-8 ਮਹੀਨੇ ਪਏ। ਬੜੇ ਦਾਅਵੇ ਨਾਲ ਕਿਹਾ ਜੀ ਜਿਹੜੇ ਲੀਡਰ ਆਉਣਗੇ ਤਾਂ ਆਉਣਗੇ। ਹਰਦੀਪ ਸਿੰਘ ਡੇਡਵਾ ਨੂੰ ਤੁਸੀਂ ਸੁਣਿਆ ਜੀ, ਮੈਂ ਉਹਨਾਂ ਦਾ ਸੁਣਿਆ ਵੀ ਹੋਇਆ, ਪਰ ਉਹ ਲੋਕ ਸਵੀਕਾਰ ਨਹੀਂ ਕੀਤੇ ਜਾਂਦੇ। ਜਿਵੇਂ ਤੁਸੀਂ ਪਿਛਲੀਆਂ ਚੋਣਾਂ 'ਚ ਵੀ ਦੇਖੋ, ਅਕਾਲੀ ਦਲ ਨੇ ਬਥੇਰੇ ਜੱਜ ਲਿਆਂਦੇ, ਕੋਈ ਹੋਰ IAS ਲਿਆਂਦੇ, ਕਿਸੇ ਨੂੰ ਵੋਟ ਪਈ ਆ। ਇਹ ਤਾਂ ਜਿਹੜਾ ਨਾਲ ਜੁੜਿਆ ਹੋਇਆ ਨਾ, ਧਰਤੀ ਦੇ ਨਾਲ ਜੁੜਿਆ ਹੋਇਆ, ਵੋਟ ਉਹਨੂੰ ਹੀ ਪੈਣੀ। ਯਾਨੀ ਕਹਿਣ ਦਾ ਮਤਲਬ ਜੇ ਆਗੂ ਉੱਥੇ ਚਲੇ ਵੀ ਜਾਂਦੇ ਉਹਨਾਂ ਨੂੰ ਲੋਕਾਂ ਨੇ ਸਵੀਕਾਰ ਨਹੀਂ ਕਰਨਾ। ਹੁਣ ਸਾਰੇ IAS ਆ ਰਹੇ, IPS ਆ ਰਹੇ ਨੇ ਵੀ ਪਤਾ ਨਹੀਂ ਸਾਨੂੰ ਵੋਟਾਂ ਇਸ ਤਰ੍ਹਾਂ ਵੋਟਾਂ ਨਹੀਂ ਮਿਲਦੀਆਂ ਹੁੰਦੀਆਂ, ਨਾ ਇਹ ਐਂ ਪਾਰਟੀਆਂ ਚੱਲਦੀਆਂ ਹੁੰਦੀਆਂ ਨੇ। ਇਹ ਤਾਂ ਲੋਕ ਜਦ ਲੋਕਾਂ ਨੇ ਆਪੇ ਸਿੱਧੇ ਕਰ ਲੈਣਾ ਕੰਮ, ਇੱਕ ਪਾਸੇ ਵੋਟਾਂ। ਅੱਛਾ, ਜੇ ਕਿਸਾਨ ਆਗੂ ਉੱਥੋਂ ਜਾਂਦੇ ਉਹਨਾਂ ਦਾ ਵੀ ਹਾਲ ਇਹੀ ਹੋਣਾ ਫਿਰ? ਹਾਂ ਹੋਊਗਾ, ਜੇ ਕੋਈ ਇਹੋ ਜਿਹੀ ਗੱਲ ਨਹੀਂ, ਕਿਉਂਕਿ ਇਹਦਾ ਢਾਹ ਲਾਉਣ ਵਾਲੀ ਗੱਲ ਆ। ਮੈਂ ਇਹ ਵੀ ਬੇਨਤੀ ਕਰੂੰਗੀ, ਇਹੋ ਜਿਹੀ ਗੱਲ ਨਹੀਂ ਸੋਚਣੀ ਚਾਹੀਦੀ ਅਜੇ, ਜਿੰਨਾ ਚਿਰ ਅੰਦੋਲਨ ਚੱਲ। ਰਾਜੇਵਾਲ ਸਾਹਿਬ ਦੀ ਵੀ ਇੱਕ ਚਰਚਾ ਚੱਲੀ ਸੀ ਕਿ ਆਮ ਆਦਮੀ ਪਾਰਟੀ ਜਾਂ ਉਹਨਾਂ ਨੇ ਤਾਂ ਖੈਰ ਆਨਲਾਈਨ ਆ ਕੇ ਕਹਿ ਦਿੱਤਾ ਕਿ ਮੈਂ ਨਹੀਂ ਆ ਰਿਹਾ। ਕਹਤਾ ਵੀ ਮੈਂ ਨਹੀਂ ਆ ਰਿਹਾ, ਉਹ ਤਾਂ ਐਵੇਂ ਚਰਚਾ ਚੱਲੀ ਜਾਂਦੀਆਂ ਨੇ। ਕੋਈ ਆਉਣਾ ਕਿਸੇ ਨੂੰ ਰੋਕ ਥੋੜ੍ਹਾ ਸਕਦਾ। ਸੰਯੁਕਤ ਮੋਰਚਾ ਤਾਂ ਸਾਡਾ ਜਿਹੜਾ ਬਣਿਆ ਸਿਰਫ ਇਹ 3 ਕਾਨੂੰਨਾਂ ਤੇ MSP ਦੇ ਕਾਨੂੰਨ ਤੇ ਬਣਿਆ। ਉਸ ਤੋਂ ਬਾਅਦ ਆਪਦੀ ਮਰਜ਼ੀ ਹੋ ਪਾਰਟੀ ਨੇ, ਅਸੀਂ ਵੀ ਵੋਟਾਂ ਪਾਉਣੀਆਂ ਹੀ ਆ ਕਿਸੇ ਨਾ ਕਿਸੇ ਨੂੰ। ਅਸੀਂ ਕਿਸੇ ਨੂੰ ਪਾਰਟੀ ਨੂੰ ਸਪੋਰਟ ਦੇ ਸਕਦੇ ਹਾਂ, ਰਾਜੇਵਾਲ ਸਾਹਿਬ ਕਿਸੇ ਨੂੰ ਦੇ ਸਕਦੇ ਹਾਂ। ਅਸੀਂ ਪਿਛਲੇ ਦਿਨਾਂ ਦੇ ਵਿੱਚ ਸਪੋਰਟਾਂ ਦਿੱਤੀਆਂ ਨੇ, ਸਰਕਾਰਾਂ ਬਣਾਈਆਂ ਨੇ, ਪਰ ਅਸੀਂ ਮੰਗਾਂ ਵੀ ਮਨਵਾਈਆਂ। ਕੋਈ ਜਥੇਬੰਦੀ ਇਹੋ ਜਿਹੀ ਨਹੀਂ, ਅਸੀਂ ਉਹ ਬੰਦਿਆਂ ਨੂੰ ਕਹਿ ਕੇ ਬਿਜਲੀ ਦੇ ਬਿੱਲ ਪੰਜਾਬ ਦੇ ਵਿੱਚ ਮਾਫ ਨੇ, ਹਰਿਆਣੇ 'ਚ ਨਹੀਂ ਮਾਫ ਜੀ। MSP ਵੀ 2-3 ਸਟੇਟਾਂ 'ਚ ਹੀ ਹੈ ਜੀ। ਨਹੀਂ ਚਲੋ MSP ਵੀ 2-3 ਸਟੇਟਾਂ 'ਚ ਆ। ਬਿਜਲੀ ਦੇ ਬਿੱਲ ਦੀ ਅਸੀਂ ਗੱਲ ਕਰਦੇ ਹਾਂ, ਸਾਨੂੰ ਕਹਿੰਦੇ ਵੋਟਾਂ ਪਾਈਆਂ। ਅਸੀਂ ਉਹਨਾਂ ਨਾਲ ਪਹਿਲਾਂ ਅਸੀਂ ਕਾਂਗਰਸ ਨਾਲ ਗੱਲ ਕੀਤੀ ਜੀ, ਸਾਡੀ ਜਥੇਬੰਦੀ ਨੇ, ਤੇ ਬੀਬੀ ਭੱਠਲ ਸੀਗੇ ਉਦੋਂ, ਉਹ ਕਹਿੰਦੇ 2.5 ਕਿੱਲੇ ਵਾਲੇ ਦੇ ਮਾਫ ਕਰ ਦੂੰ ਬਿਜਲੀ ਦੇ ਬਿੱਲ। ਫਿਰ ਅਸੀਂ ਬਾਦਲ ਸਾਹਿਬ ਨਾਲ ਕੀਤੀ, ਪਹਿਲਾਂ ਇਹ ਵੀ 5-7 ਕਿੱਲੇ ਵਾਲੇ ਦੇ ਅਸੀਂ ਵੋਟਾਂ ਨਹੀਂ ਪੈਣੀਆਂ ਜੀ, ਸਾਰੇ ਮਾਫ ਕਰੋ। ਇਹਨਾਂ ਨੇ ਐਲਾਨ ਕੀਤਾ, ਸਾਰੇ ਲੋਕਾਂ ਨੇ ਸਰਕਾਰ ਬਣਾਤੀ ਜੀ। ਅਸੀਂ ਲੈ ਕੇ ਹੀ ਦਿੱਤਾ, ਖਾਲੇ ਪੱਕਿਆਂ ਦੇ ਪੈਸੇ ਮਾਫ ਕਰਵਾਏ, ਚੁੰਗੀਆਂ ਮਾਫ ਕਰਵਾਈਆਂ, ਕਿੰਨਾ ਕੁਛ ਕਿਸਾਨੀ ਜਥੇਬੰਦੀ ਚੋਂ ਜਿਹੜਾ ਅਸੀਂ ਪੰਜਾਬ ਲਈ ਅੱਜ 10-10 ਹਜ਼ਾਰ ਰੁਪਈਆ ਮੋਟਰ ਦਾ ਬਿੱਲ। ਕਹਿਣ ਦਾ ਮਤਲਬ ਇਹ ਹੈ, ਤੁਹਾਡੀ ਗੱਲ ਇਹ ਤਸਦੀਕ ਕਰਦੀ ਹੈ ਵੀ 32 ਜਥੇਬੰਦੀਆਂ ਨੇ, ਉਹ ਕਿਸੇ ਵੀ ਪਾਰਟੀ ਦੀ ਸਪੋਰਟ ਕਰ ਸਕਦੀਆਂ, ਉਹਨਾਂ ਦਾ ਨਿੱਜੀ ਅਧਿਕਾਰ ਹੈ ਇਹ। ਵੋਟ ਪਾਉਣਾ ਵੀ ਪਹਿਲਾਂ ਵੀ ਕਰਦੀਆਂ ਰਹੀਆਂ ਨੇ ਤੇ ਆਪਦੀਆਂ ਮੰਗਾਂ ਮਨਵਾਉਂਦੀਆਂ ਰਹੀਆਂ ਨੇ। ਤੋ ਤੁਹਾਡੀ ਜਿਹੜੀ ਇਕਜੁੱਟਤਾ ਸਿਰਫ 3 ਕਾਨੂੰਨ ਰੱਦ ਕਰਾਉਣ ਤੇ MSP ਦਾ ਕਾਨੂੰਨ ਬਣਾਉਣ ਤੱਕ ਹੈ। ਹੁਣ ਆਪਾਂ ਫਿਊਚਰ ਕੀ ਬਣੀਏ 2022 ਦੇ ਵਿੱਚ ਕੀ ਕਿਸਾਨ ਅੰਦੋਲਨ ਦਾ ਰਹੇਗਾ? ਜਿਵੇਂ ਕਿ ਬੰਗਾਲ ਦੇ ਚੋਣਾਂ ਦੇ ਵਿੱਚ ਆਪਾਂ ਬੰਗਾਲ ਦੇ ਵਿੱਚ ਜਾ ਕੇ ਭਾਜਪਾ ਦਾ ਵਿਰੋਧ ਕੀਤਾ, ਪੰਜਾਬ ਦੇ ਵਿੱਚ ਕੀ ਚੱਲੂ? ਨਹੀਂ, ਭਾਜਪਾ ਦਾ ਵਿਰੋਧ ਤਾਂ ਰਹੂਗਾ ਹੀ ਰਹੂਗਾ ਜਿਸ ਦਿਨ ਮਸਲਾ। ਤੇ ਫਿਰ ਇਹਦਾ ਇੱਕ ਸਿੱਧੇ ਤੌਰ ਤੇ ਇੱਕ ਗੱਲ ਹੋਰ ਵੀ ਹੋ ਜਾਂਦੀ ਹੈ ਨਾ ਜੀ, ਇੱਕ ਤੁਸੀਂ ਧਿਰ ਬਣ ਜਾਂਦੇ ਉੱਥੇ ਜਾ ਕੇ, ਉੱਥੇ ਇਹ ਲੱਗਦਾ ਵੀ ਬਾਕੀ ਨੂੰ ਪਾ ਦਿਓ, ਇਹਨਾਂ ਨੂੰ ਛੱਡ ਦਿਓ। ਇੱਕ ਪ੍ਰਚਾਰ ਹੋ ਗਿਆ ਨਾ ਸਿੱਧੇ ਤਰੀਕੇ। ਉਹ ਤਾਂ ਆਪੇ ਲਹਿਰ ਬਣ ਜਾਂਦੀ ਹੁੰਦੀ, ਜਿਵੇਂ ਬੰਗਾਲ 'ਚ ਬਣੀ ਆ। ਇਹਨਾਂ ਨੂੰ ਤਾਂ ਵੋਟ ਨਹੀਂ ਮਿਲਣੀ, ਇਹਨਾਂ ਨੂੰ ਤਾਂ 10-10 ਵੋਟਾਂ ਨਹੀਂ ਮਿਲਣੀਆਂ ਸੀਟ ਤੋਂ। ਇਹਨਾਂ ਨੂੰ ਹਾਂਜੀ, ਉਹ ਤਾਂ ਲੋਕਾਂ ਦੀ ਗੱਲ ਹੈ ਕਿ ਕਿਉਂਕਿ ਲੋਕ ਇੰਨਾ ਉਲਟ ਨੇ ਇਹਨਾਂ ਦੇ ਤਾਂ, ਤੇ ਅਸੀਂ ਤਾਂ ਉਹ ਐਲਾਨ ਇਹੀ ਕਰਾਂਗੇ ਤੇ ਬਈ ਇਹਨਾਂ ਨੂੰ ਵੋਟ ਨਹੀਂ ਪਾਉਣੀ, ਹੋਰ ਬਾਕੀ ਕਿਸੇ ਨੂੰ ਮਰਜ਼ੀ ਪਾ ਦਿਓ। ਹਾਂ, ਇਹ ਖਤਮ ਹੋ ਗਿਆ। ਯਾਨੀ ਅਸਿੱਧੇ ਰੂਪ ਤੇ ਤੁਸੀਂ ਦੂਸਰੇ ਪਾਰਟੀ, ਤੁਸੀਂ 3 ਪਾਰਟੀਆਂ ਨੇ, ਪਤਾ ਨਹੀਂ ਇੱਕ ਹੋਰ ਵੀ ਬਣ ਜਾਣੀਆਂ। ਅਸੀਂ ਕਿਹੜਾ ਕਿਸੇ ਦਾ ਨਾਂ ਲੈਣਾ ਵੀ ਇਹਨੂੰ ਅਕਾਲੀਆਂ ਨੂੰ ਪਾ ਲਓ, ਕਾਂਗਰਸ ਨੂੰ ਪਾ ਲਓ, ਜਾਂ ਜਿਹੜੀ ਜਥੇਬੰਦੀਆਂ ਕਿਸੇ ਨਾਲ ਅਟੈਚ ਨੇ, ਜਾਂ ਜਿਹਦਾ ਕੋਈ ਹੈਗਾ ਵੀ ਉਹਨਾਂ ਦਾ ਵੀ ਸਿਸਟਮ ਵੀ ਆਹ ਅਸੀਂ ਕਿਸਾਨਾਂ ਨੂੰ ਲੈ ਕੇ ਦੇਣਾ, ਉਹਨੂੰ ਵੋਟ ਪਾ ਲੈਣ। ਜਾਂ ਕਿਸੇ ਨੇ ਆਪ ਲੜਨੀ ਹੈ, ਉਹ ਆਪ ਲੜ ਸਕਦਾ। ਇੱਕ ਹੋਰ ਚਰਚਾ 'ਚ ਆਈ ਹੈ ਭਾਰਤੀ ਕਿਸਾਨ ਯੂਨੀਅਨ ਮਾਨ। ਅੱਛਾ ਜੀ। ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਦਾ ਸਨਮਾਨ ਵੀ ਕੀਤਾ, ਉਹਨਾਂ ਨੇ ਵੀ ਉਹਨਾਂ ਦਾ ਸਨਮਾਨ ਕੀਤਾ। ਉਹ ਕਹਿੰਦੇ ਵੀ ਕਾਨੂੰਨ ਬੜੇ ਅੱਛੇ, ਅਸੀਂ ਪ੍ਰਚਾਰ ਕਰਾਂਗੇ। ਨਹੀਂ, ਪਰ ਪਤਾ ਨਹੀਂ ਕਿਉਂ ਉਹ ਪਹਿਲਾਂ ਵੀ ਕਹਿੰਦੇ ਸੀਗੇ, ਫਿਰ ਉਦੋਂ ਬਾਅਦ ਤਾਂ ਉਹਨਾਂ ਨੇ ਜਿਹੜੀ 3 ਮੈਂਬਰੀ ਕਮੇਟੀ ਬਣੀ ਸੀ ਉਹਦੇ 'ਚੋਂ ਰਿਜ਼ਾਈਨ ਕਰਤਾ। ਹਾਂ, ਭੁਪਿੰਦਰ ਸਿੰਘ ਮਾਨ ਨੂੰ ਪਹਿਲਾਂ ਜਿਹੜੀ ਕਮੇਟੀ ਬਣੀ ਸੀ ਉਹ ਸੀਗੇ, ਫਿਰ ਬਾਅਦ 'ਚ ਉਹਨਾਂ ਨੇ ਰਿਜ਼ਾਈਨ। ਉਹਨਾਂ ਦੀ ਫਿਰ ਜਥੇਬੰਦੀ ਵੀ ਸਾਰੀ ਟੁੱਟ ਗਈ ਆ, ਉਹ ਵੀ ਕੋਈ ਆਧਾਰ ਤਾਂ ਰਿਹਾ ਨਹੀਂ ਹੈਗਾ, ਸਾਰੇ ਲੋਕ ਉਹ ਛੱਡ ਕੇ ਚਲੇ ਗਏ ਨੇ। ਰਾਜੇਵਾਲ 'ਚ ਮਰਜ ਹੋ ਗਏ ਸੀ। ਰਾਜੇਵਾਲ 'ਚ ਸੀ ਇੱਕ ਨਵੀਂ ਜਿਹੜੀ ਹੈਗੀ ਆ ਉਹਨਾਂ ਦੀ, ਜਿਹੜੀ ਬ੍ਰਹਮਕੇ ਜੀ ਨੇ ਸਾਡੇ ਵਿੱਚ ਮੈਂਬਰ ਵੀ ਨੇ ਅੱਜ 5 ਮੈਂਬਰੀ 'ਚ, ਉਹਨਾਂ ਨੇ ਆਪਦੀ 8 ਯੂਨੀਅਨ ਬਣਾ ਲਈ ਆ। ਯਾਨੀ ਕਿ ਉਹ ਫਿਰ ਇਹ ਕਿਤੇ ਨਾ ਕਿਤੇ ਇਹ ਸੰਦੇਸ਼ ਜਾਂਦਾ ਹੈ ਕਿ ਜੇ ਇਹ ਕਿਸਾਨ ਜਥੇਬੰਦੀ ਨਿਕਲੇ ਪ੍ਰਚਾਰ ਦੇ ਵਿੱਚ, ਫਿਰ ਟਕਰਾਓ ਦੀ ਸੰਭਾਵਨਾ ਨਹੀਂ ਬਣ ਜੂਗੀ। ਨਹੀਂ, ਕੋਈ ਟਕਰਾਓ ਦੀ ਸੰਭਾਵਨਾ ਨਹੀਂ, ਬੰਦੇ ਹੀ ਨਹੀਂ ਹੋਣੇ ਉਹਨੇ ਨਾਲ, ਕਿਸੇ ਨੇ ਬੰਦੇ ਨੂੰ ਉਹਨੂੰ ਪਿੰਡਾਂ 'ਚ ਵੜਨ ਦੇਣਾ। ਕੋਈ ਕਹਿਣ ਤਾਂ ਸਹੀ, ਕੋਈ ਕਾਨੂੰਨ ਚੰਗਾ ਪਿੰਡ 'ਚ ਕੋਈ ਖੜ ਕੇ ਤਾਂ ਕਹਿ ਦੇਵੇ, ਯਾਨੀ ਕਿ ਉਹਦਾ ਕੋਈ ਪ੍ਰਭਾਵ ਪੈਣ ਦੀ ਸੰਭਾਵਨਾ ਇਹੋ ਜਿਹੀ ਗੱਲ ਨਹੀਂ ਹੈਗੀ। ਤੇ ਇਹ ਕਾਨੂੰਨ ਵਾਪਸ ਲੈ ਲੈਣ, ਕੋਈ ਕਰ ਲੈਣ, ਫਿਰ ਭਾਵੇਂ ਇਹਨਾਂ ਨੂੰ ਲੋਕ ਵੜਨ ਦੇ ਦੇਣ ਪਿੰਡਾਂ 'ਚ। MSP ਦੇ ਸੰਬੰਧੀ ਤੁਹਾਡਾ ਕੀ ਖਿਆਲ ਹੈ? MSP ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ ਰਹੀ ਹੈ ਕਿ ਇਹਦੇ ਜੇ ਆਪਾਂ ਜਾਰੀ ਕਰ ਦਿੰਦੇ, ਜੇ ਕਾਨੂੰਨ ਬਣਨ ਦੀ ਸੰਭਾਵਨਾ ਨਹੀਂ, ਮਾਹਿਰਾਂ ਦਾ ਵੀ ਕਹਿਣਾ ਤੇ ਸਰਕਾਰਾਂ ਦਾ ਵੀ ਕਹਿਣਾ, ਇਹ
ਤੁਸੀਂ ਕਿਹੜੇ ਹਿਸਾਬ ਨਾਲ ਡਿਮਾਂਡ ਕਰਨੀ ਇਸ ਦੀ? ਨਹੀਂ, ਇਹ ਸਰਕਾਰ ਗਲਤ ਡਾਟੇ ਦਿੰਦੀ ਹੈ ਵੀ 17 ਲੱਖ ਹਜ਼ਾਰ ਕਰੋੜ ਨਾਲ ਇਹ ਜਿਹੜੀ MSP ਅਸੀਂ ਦੇ ਸਕਦੇ ਹਾਂ। ਗੌਰਮੈਂਟ ਦੇ ਨਹੀਂ ਸਕਦੀ, ਸਾਡੇ ਨਾਲ ਮੀਟਿੰਗ 'ਚ ਵੀ ਹੋਈ ਹੈ। ਅਸੀਂ ਬੈਠੋ ਤੁਸੀਂ 1.5 ਲੱਖ ਕਰੋੜ ਰੁਪਏ ਨਾਲ ਇਹ ਜਿਹੜੀ ਆ MSP ਦਿੱਤੀ ਜਾ ਸਕਦੀ ਆ। ਅਸੀਂ ਇੱਥੇ ਨਿਊਨਤਮ ਮੁੱਲ ਮੰਗਦੇ ਹਾਂ। ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਸਰਕਾਰ ਦੇਵੇ, ਇੱਕ ਕਾਨੂੰਨ ਬਣਾ ਦੇ ਵੀ ਆ 10 ਰੁਪਏ ਕਿਲੋ ਪਿਆਜ਼ ਵਿਕਣਗੇ, ਆ 10 ਰੁਪਏ ਕਿਲੋ ਸਾਡੀ 20 ਰੁਪਏ ਕਿਲੋ ਕਣਕ ਵਿਕੂਗੀ। ਉਹਦੇ ਹਿਸਾਬ ਨਾਲ ਇੱਕ ਕਾਨੂੰਨ ਬਣਾ ਦਿਓ ਘੱਟੋ ਘੱਟ ਮੁੱਲ ਦਾ। ਤੇ ਉਹ ਤਾਂ ਹੁਣ ਵੀ ਤੁਸੀਂ 2-3 ਫਸਲਾਂ ਤੇ ਜਿਹੜਾ ਦੇ ਹੀ ਰਹੇ ਹੋ, ਬਾਕੀ ਸਾਡੀ ਲੁੱਟ ਹੋ ਰਹੀ ਆ। ਤੇ ਉਹ ਕਾਨੂੰਨ ਬਣ ਜਾਵੇ, ਸਰਕਾਰ ਜਿੰਨੀ ਖਰੀਦਣੀ ਖਰੀਦ ਲਵੇ, ਬਾਕੀ ਜਿਹੜਾ ਉਹਦੇ ਤੇ ਬੰਦਸ਼ ਹੋਵੇ ਵੀ ਨਹੀਂ ਖਰੀਦ ਸਕਦਾ। ਪੁਰਾਣੀ ਗੱਲ ਰਾਜੇਵਾਲ ਸਾਹਿਬ ਵੀ ਜ਼ਿਕਰ ਕਰਦੇ ਹੁੰਦੇ ਆ, ਔਨ ਕਾਰਡਰਾਂ ਦੀ ਗੱਲ ਵੀ ਹੈਗੀ ਹੈ ਕਿ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਜੀ ਪ੍ਰਾਈਮ ਮਿਨਿਸਟਰ ਸੀਗੇ, ਉਦੋਂ ਵੀ ਇਹ ਗੱਲ ਹੋਈ। ਰਾਜੇਵਾਲ ਸਾਹਿਬ ਖੁਦ ਗਏ ਸੀ ਤੇ ਹੋਰ 2-3 ਆਗੂ ਸੀਗੇ, ਉਹਨਾਂ ਨੂੰ ਮਿਲੇ ਸੀਗੇ ਵੀ ਉਹਨਾਂ ਨੇ ਵੀ ਇਹੀ ਕਿਹਾ ਸੀ ਵੀ ਕਿ MSP ਕਾਨੂੰਨ ਨਹੀਂ ਬਣਦਾ। ਹੁਣ ਇੱਕ ਵਾਰ ਜਿੰਨੇ ਵੀ ਪੈਸੇ ਉਦੋਂ ਵਧਾਉਣੇ ਸੀ ਵਧਾਏ ਸੀ, ਤੇ ਰਾਜੇਵਾਲ ਸਾਹਿਬ ਉਦੋਂ ਉਸ ਗੱਲ 'ਚ ਸੀਗੇ। ਉਹਨਾਂ ਦਾ ਵੀ ਮੇਰੇ ਹਿਸਾਬ ਨਾਲ ਕਿਤੇ ਸਵੀਕਾਰਤਾ ਸੀਗੀ ਵੀ ਨਹੀਂ ਵੱਧਦਾ। ਤੇ ਹੁਣ ਆਪਾਂ ਕਿਹੜਾ ਐਸਾ ਆਧਾਰ ਆ ਕਿ ਨਹੀਂ 23 ਫਸਲਾਂ ਤੇ ਤਾਂ ਇਹ ਵੀ ਹੁਣ ਇਹਨਾਂ ਨੇ ਲਾਗੂ ਕੀਤੀ ਹੈ। 23 ਚੋਂ 23 ਨਹੀਂ ਖਰੀਦਦੇ, 2 ਹੀ ਫਸਲਾਂ ਖਰੀਦਦੇ ਆ, 2 ਵੀ 2.5 ਸੂਬਿਆਂ 'ਚ ਖਰੀਦਦੇ ਆ, ਪੰਜਾਬ ਹਰਿਆਣਾ ਅੱਧਾ UP। MSP ਹੁਣ ਕਿਹੜਾ ਜਿਹੜੀ ਇਹਨੇ ਦੇ ਰਹੇ ਨੇ, ਹੁਣ ਕਿਹੜਾ ਸਾਰੇ ਸੂਬਿਆਂ 'ਚ ਦੇ ਰਹੇ ਨੇ। ਇਸ ਤਰ੍ਹਾਂ ਹੀ ਇਹ ਕਾਨੂੰਨ ਬਣਾ ਦੇਣ, ਕੋਈ ਐਡੀ ਗੱਲ ਨਹੀਂ। ਐਵੇਂ ਤਾਂ ਇਹਨਾਂ ਨੇ ਭੰਬਲ ਭੂਸਾ ਪਾਇਆ ਹੋਇਆ, ਕਿਉਂਕਿ ਕਾਰਪੋਰੇਟ ਘਰਾਣਿਆਂ ਨੂੰ ਲੁਟਾਉਣ ਲਈ ਹੀ ਕੰਮ ਆ। ਹੁਣ ਸਰੋਂ ਸਾਰੀ ਖਰੀਦ ਲਈ ਰਿਲਾਇੰਸ ਨੇ, 5,000-5200 ਰੁਪਏ ਸਾਤੋਂ ਖਰੀਦੀ ਗਈ ਆ। ਹੁਣ 7,500-8,000 ਰੁਪਏ ਰੇਟ ਹੋ ਗਿਆ। ਜਿਹੜੀ ਸਰੋਂ ਦੇ ਤੇਲ ਦੀ ਬੋਤਲ 100 ਰੁਪਏ ਲੈਂਦੇ ਸੀ ਅਸੀਂ ਲੀਟਰ, ਉਹ 250 ਰੁਪਏ ਹੋ ਗਈ ਆ। ਜਿਹੜਾ ਖਾਣ ਵਾਲਾ ਵੀ ਮਰ ਗਿਆ ਤੇ ਪੈਦਾ ਕਰਨ ਵਾਲਾ। ਇਹੀ ਕੁਛ ਇਹ ਕਾਨੂੰਨਾਂ 'ਚ ਇਹੀ ਕੁਛ ਇਹਨਾਂ ਨੇ ਕਰਨਾ ਚਾਹੁੰਦੇ ਆ। ਤੇ ਇਵੇਂ ਹੀ ਤੁਸੀਂ ਦੇਖੋ, ਪਿਆਜ਼ 6 ਰੁਪਏ ਕਿਲੋ ਖਰੀਦਿਆ, ਹੁਣ 30 ਰੁਪਏ ਵਿਕਦਾ, ਅਗਲੇ ਮਹੀਨੇ 50 ਰੁਪਏ ਵਿਕੂਗਾ। ਇਸ ਤਰ੍ਹਾਂ ਸੇਬ ਦੇਖ ਲਓ 300 ਰੁਪਏ ਕਿਲੋ। ਹਰ ਚੀਜ਼ ਇਹਨਾਂ ਨੇ ਉਹ ਭੰਡਾਰ ਕਰ ਲੈਣੀ ਆ, ਖਰੀਦ ਲੈਣੀ ਆ। ਤੇ ਉਹੀ ਅਸੀਂ ਕਹਿੰਦੇ ਵੀ ਘੱਟੋ ਘੱਟ ਮੁੱਲ ਰੱਖ ਦਿਓ, MRP ਉਹਦਾ ਗਾਂ ਵੇਚਣ ਦਾ ਮੁੱਲ ਰੱਖ ਦਿਓ, ਫਿਰ ਕੀ ਹੁੰਦਾ। ਅੱਛਾ, ਹੁਣ ਵੀ ਟਰੈਕਟਰ ਜਿੰਦੇ ਨਾਲ ਜਥੇ ਜਾ ਰਹੇ ਨੇ, ਦਿੱਲੀ ਵੱਲ ਜਾ ਰਹੇ ਨੇ ਕੱਲ੍ਹ ਤੋਂ, ਤੇ ਅੱਜ ਵੀ ਕੱਲ੍ਹ ਵੀ ਪਹੁੰਚਣੇ ਹੈਗੇ। ਕੀ ਕਿਤੇ ਫਿਰ ਤਾਂ ਨਹੀਂ ਕੋਈ ਟਰੈਕਟਰ ਰੈਲੀ ਕਰਨ ਦਾ ਪ੍ਰਾਵਧਾਨ? ਨਹੀਂ, ਉਹ ਅਸੀਂ ਕਰਾਂਗੇ ਜੇ ਅਸੀਂ ਮੋਰਚੇ ਤਕੜੇ ਕਰਦੇ ਹਾਂ। ਸਾਨੂੰ ਲੋਕ ਕਹਿੰਦੇ ਆ ਵੀ ਅੱਗੇ ਵਧੋ, ਆਓ ਕਰੋ ਜੀ, ਕਿਉਂਕਿ ਲੋਕ ਹੁਣ ਪਤਾ ਲੱਗ ਗਿਆ ਜਿਹੜੇ ਸਿੰਸੀਅਰ ਬੰਦੇ ਉੱਥੇ ਰਹਿ ਗਏ ਨੇ ਜੀ। ਤੇ ਉਹ ਬੰਦੇ ਅਸੀਂ ਮੋਰਚਿਆਂ ਨੂੰ ਅਸੀਂ ਫਿਲਹਾਲ ਤਕੜੇ ਕਰਾਂਗੇ। ਇੱਕ ਸਾਡਾ ਸੀਜ਼ਨ ਆ ਗਿਆ ਸੀ ਜੀ, ਆਹ ਜਿਹੜਾ ਝੋਨੇ ਦਾ ਸੀਜ਼ਨ ਹੈ, ਬੜਾ ਜ਼ਰੂਰੀ ਹੁੰਦਾ ਜੀ। ਤੇ ਉਹ ਐਡਾ ਕੁ ਸਾਡੇ ਨਾਲ ਧੱਕਾ ਹੋ ਰਿਹਾ, ਧੋਖਾ ਹੋ ਰਿਹਾ। ਪੰਜਾਬ ਸਰਕਾਰ ਵੱਲੋਂ ਸਾਨੂੰ 2-3 ਘੰਟੇ ਬਿਜਲੀ ਮਿਲ ਰਹੀ ਆ। ਲਿਜਾ ਕੇ ਰੱਖਦਾ, ਪਤਾ ਨਹੀਂ ਉਹਨਾਂ ਨਾਲ ਰਲ ਰੁਲ ਗਏ ਇਹ ਵੀ ਇਹਨਾਂ ਨੂੰ ਬਿਜਲੀ ਘੱਟ ਦਿਓ, ਆਪੇ ਇੰਜਣਾਂ ਚਲਾਈ ਜਾਣਗੇ, ਆਪੇ ਇੱਥੇ ਮੱਥਾ ਮਾਰੀ ਜਾਣਗੇ। ਤੇ ਉਹ ਵੀ ਸਾਡਾ ਬੜਾ, ਹਰੇਕ ਜਗ੍ਹਾ ਅਸੀਂ ਧਰਨੇ ਲਾ ਰਹੇ ਹਾਂ ਹੁਣ ਇੱਥੇ ਪੰਜਾਬ ਦੇ ਵਿੱਚ ਵੀ ਸਾਨੂੰ ਬਿਜਲੀ ਪੂਰੀ ਦੇ ਦਿਓ। ਉਹ ਝੋਨੇ ਦਾ ਸੀਜ਼ਨ ਸਾਡੀ ਆਹ ਮੌਨਸੂਨ ਆ ਜਾਣੀ ਆ, 5-10 ਦਿਨਾਂ 'ਚ ਬਰਸਾਤ ਸ਼ੁਰੂ ਹੋ ਜਾਣੀ ਆ। 10-15 ਦਿਨ ਤੋਂ ਬਾਅਦ ਫਿਰ ਸਾਡੇ ਕਾਫੀ ਲੋਕ ਜਿਹੜੇ ਆ ਕਿਸਾਨ ਵਿਹਲੇ ਹੋ ਜਾਣਗੇ। ਉਹ ਮੋਰਚੇ ਅਸੀਂ ਹੋਰ ਤਕੜੇ ਆ ਜਿਹੜੇ ਕਰ ਦੇਵਾਂਗੇ, ਲੋਕ ਜਾਣ ਨੂੰ ਤਿਆਰ। ਪਾਰਲੀਮੈਂਟੀ ਘੇਰਨ ਦਾ ਇੱਕ ਸੀਗਾ ਐਲਾਨ ਦੀ ਗੱਲ ਚੱਲ ਰਹੀ ਸੀ, ਉਹ ਅੱਗੇ ਤੋਂ ਅੱਗੇ ਪੈ ਰਿਹਾ, ਕੀ ਵਜ੍ਹਾ? ਨਹੀਂ, ਉਹ ਗੱਲ ਤਾਂ ਅਸੀਂ ਕੀਤੀ ਸੀਗੀ, ਪਰ ਅਸੀਂ ਫਿਰ ਸੋਚਿਆ ਵੀ ਕਿਤੇ 26 ਵਾਲੀ ਘਟਨਾ ਨਾ ਵਾਪਰ ਜਾਵੇ। ਉਹ ਕਾਫੀ ਸੋਚ ਵਿਚਾਰ ਕੇ ਅਸੀਂ ਅੱਗੇ ਕੀਤਾ ਵੀ ਗੌਰਮੈਂਟ ਸਾਡੇ 'ਚ ਫਿਰ ਬੰਦੇ ਬਾੜ ਕੇ ਕਿਤੇ ਜਿਹੜਾ ਇਹੋ ਜਿਹਾ ਕੰਮ ਕੋਈ ਕਰਾ ਦੇਵੇ, ਤੋੜ ਫੋੜ ਭੰਨ ਕਰਾ ਦੇਵੇ, ਉਹ 'ਚ ਕੇਸ ਹੋਰ ਹੋ ਜਾਣ। ਸਾਡੇ ਨੌਜਵਾਨ ਅੱਗੇ ਅਸੀਂ ਮਸਾਂ ਬਾਹਰ ਕਢਵਾਏ ਆ, ਇਹੋ ਜਿਹਾ ਕੁਛ ਨਾ ਹੋ ਜਾਵੇ। ਤੇ ਉਹ ਕਰਾਂਗੇ, ਸਾਡੇ ਹੈਗੀ ਆ ਜੇ ਕੋਈ ਗੱਲ ਨਹੀਂ। ਅਸੀਂ ਆਹ ਮੋਰਚੇ ਨੂੰ ਹੋਰ ਤਕੜਾ ਕਰ ਲਈਏ, ਲੋਕਾਂ ਨੂੰ ਕਿਹਾ ਵੀ ਤੁਸੀਂ ਆ ਜਾਓ, ਉਦੋਂ ਬਾਅਦ ਫਿਰ ਕਰ ਲਾਂਗੇ ਅਗਲੀਆਂ ਮੀਟਿੰਗਾਂ 'ਚ ਅਸੀਂ ਮਾਰਚ ਕਰ ਸਕਦੇ ਹਾਂ। ਇਹ ਅਜੇ ਪੋਸਟਪੋਨ ਕੀਤਾ ਸੀ, ਰੱਦ ਨਹੀਂ ਕੀਤਾ ਇਹ। ਦੀਪ ਸਿੱਧੂ ਜਾਂ ਲੱਖਾ ਸਿਧਾਣਾ, ਲੱਖੇ ਸਿਧਾਣਾ ਦਾ ਸ਼ਾਇਦ ਸੰਯੁਕਤ ਮੋਰਚੇ ਨੇ ਸਵੀਕਾਰ ਕਰ ਦਿੱਤੀ। ਦੀਪ ਸਿੱਧੂ ਨਾਲ ਕੀ ਐਸੀ ਗੱਲਬਾਤ ਹੈ? ਸੰਯੁਕਤ ਮੋਰਚੇ ਵੱਲੋਂ ਉਹਨਾਂ ਨੂੰ ਇਹੀ ਕਿਹਾ ਗਿਆ ਵੀ ਉਦੋਂ ਜਿਹੜਾ 26 ਵਾਲਾ ਵੀ ਇਹਨਾਂ ਨੇ ਲੋਕਾਂ ਨੂੰ ਪਹਿਲਾਂ ਉੱਧਰ ਨੂੰ ਲੈ ਕੇ ਗਏ ਨੇ, ਭਾਵੇਂ ਸਰਕਾਰ ਦੀ ਇੱਕ ਚਾਲ ਸੀਗੀ। ਅਸੀਂ ਵੀ ਜਦ ਮੈਂ ਰਾਜੇਵਾਲ ਸਾਹਿਬ 3-4 ਲੀਟਰ ਇੱਕ ਓਪਨ ਗੱਡੀ 'ਚ ਅਸੀਂ ਜਾ ਰਹੇ ਸੀ, ਤਾਂ ਅਸੀਂ 10 ਵਜੇ ਤੁਰਨਾ ਸੀ, 10 ਵਜੇ ਅਸੀਂ ਚੱਲੇ ਹਾਂ ਅਤੇ ਸਿੰਘੂ ਬਾਰਡਰ ਤੋਂ। ਤਾਂ ਗੱਡੀ ਜਿੱਥੇ ਅਸੀਂ ਤੈਅ ਰੂਟ ਸੀ ਸਾਨੂੰ ਮਿਲਿਆ ਹੋਇਆ, ਜਦ ਅਸੀਂ ਉਹ ਮੋੜਨ ਲੱਗਿਆ ਸਾਨੂੰ ਉਹ ਰੂਟ ਹੀ ਨਹੀਂ ਸੀ ਦਿਸ ਰਿਹਾ। ਉੱਥੇ ਮੂਹਰੇ ਫੋਰਸ ਖੜੀ ਸੀ ਜਿਹੜੀ ਉਹ ਕਹਿੰਦੀ ਸੀ ਸਿੱਧੇ ਜਾਓ, ਸਾਨੂੰ ਵੀ ਸਿੱਧੇ ਕਹਿੰਦੇ ਸੀ ਵੀ ਸਿੱਧੇ ਜਾਓ ਦਿੱਲੀ ਨੂੰ। ਅਤੇ ਉੱਥੇ ਸਾਡੀ ਗੱਡੀ ਰੋਕੀ ਗਈ ਸੀਗਾ, ਸਾਡਾ ਰੂਟ ਤਾਂ ਇਹ ਆ। ਫਿਰ ਸਾਡੀਆਂ ਕੁਛ 10-20 ਗੱਡੀਆਂ ਲੰਘਾ ਦਿੱਤੀਆਂ ਗਈਆਂ। ਮੇਰੀ ਪਰਸਨਲ ਗੱਡੀ ਇੱਕ ਨੋਵਾ ਸੀ, 20 ਗੱਡੀਆਂ ਛੱਡ ਕੇ ਉਹ ਨਹੀਂ ਜਾਣ ਦਿੱਤੀ। ਉਹਨਾਂ ਨੇ ਮੁੰਡੇ ਵੀ ਕੁਛ ਆਪਦੇ ਕਢਾਏ ਹੋਏ ਸੀ, 10-20 ਮੁੰਡੇ। ਯਾਨੀ ਦੀਪ ਸਿੱਧੂ ਦੇ ਕਾਰਨ ਹੋਇਆ ਸਾਰਾ ਕੁਛ? ਨਹੀਂ, ਪਹਿਲਾਂ ਇਹ ਚਲੇ ਗਏ ਨੇ, ਇਹਨਾਂ ਨੇ ਪਹਿਲਾਂ ਲੈਕਚਰ ਵੀ ਕੀਤਾ ਉੱਥੇ, ਜੋ ਸਾਡੀ ਜਾਣਕਾਰੀ ਆ ਵੀ ਆਪਾਂ ਉੱਧਰ ਨੂੰ ਜਾਣਾ, ਉਹ ਕਰਨਾ। ਫਿਰ ਉੱਥੇ ਚਲੇ ਗਏ ਨੇ। ਚਲੋ ਅਸੀਂ ਉਹਨੂੰ ਮਾੜੀ ਗੱਲ ਨਹੀਂ ਕਹਿੰਦੇ, ਵੀ ਕੋਈ ਅਪਮਾਨ ਨਹੀਂ ਕੋਈ ਝੰਡੇ ਦਾ। ਜਿਹੜੀਆਂ ਗੱਲਾਂ ਅਫਵਾਹਾਂ ਵੀ ਬੁਲਾਈਆਂ ਨੇ ਵੀ ਕੋਈ ਆਪਾਂ ਨੈਸ਼ਨਲ ਫਲੈਗ ਉਹਨਾਂ ਨੇ ਲਾਇਆ, ਕੋਈ ਮਾੜਾ ਨਹੀਂ ਕੀਤਾ। ਕੇਸਰੀ ਨਿਸ਼ਾਨ ਜੇ ਇੱਕ ਪੋਲ ਦੇ ਉੱਪਰ ਲੱਗ ਗਿਆ ਤਾਂ ਉਹ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਸੀਗੀ। ਦੂਸਰਾ ਸੀ ਕਹਿੰਦਾ ਵੀ ਜੋ ਸੰਯੁਕਤ ਮੋਰਚੇ ਦਾ ਫੈਸਲਾ ਨਹੀਂ ਮੰਨਦਾ, ਜੋ ਸੰਯੁਕਤ ਮੋਰਚੇ ਤੋਂ ਉਲਟ ਚੱਲਦਾ, ਉਹਨੂੰ ਫਿਰ ਅਸੀਂ ਸਟੇਜ 'ਤੇ ਨਹੀਂ ਜਾਣਾ। ਕਈ ਅੱਗਾਂ ਨੂੰ ਤੁਸੀਂ ਸਸਪੈਂਡ ਵੀ ਕੀਤਾ? ਕਈਆਂ ਨੂੰ ਸਸਪੈਂਡ ਕੀਤਾ। ਅੱਛਾ, ਹੁਣ ਮੋਰਚੇ ਦਾ ਖਾਸ ਸਟੈਂਡ ਕੀ ਹੈ? ਕਿ ਜਿਵੇਂ ਕਿ ਮੈਂ ਤੁਹਾਨੂੰ ਕਲੀਅਰ ਕਰ ਦਿਆਂ
ਕਿ ਹੁਣ ਜਿਵੇਂ ਆਪਾਂ ਸੱਦਾ ਦਿੱਤਾ ਰਾਜਪਾਲਾਂ ਵਾਲਾ, ਇਦੋਂ ਅਗਲਾ ਸਟੈਂਡ ਕੀ ਹੋਊਗਾ, ਫਿਰ 2022 ਜਾਂ 2024 ਦੇ ਵਿੱਚ ਕਿਵੇਂ ਨਜਿੱਠਣਾ ਹੈ? ਕਿਉਂਕਿ ਹੁਣ ਅੰਦੋਲਨ ਵੀ, ਜੇ ਰਾਜੇਵਾਲ ਸਾਹਿਬ ਵੀ ਕਹਿੰਦੇ ਨੇ, ਇਸ 'ਤੇ ਕਹਿੰਦੇ ਇਹਨਾਂ ਨੂੰ ਜਿਹੜੀ ਸਿਆਸੀ ਭਾਸ਼ਾ ਸਮਝ ਆਉਂਦੀ ਹੈ, ਇਸ ਕਰਕੇ ਅਸੀਂ ਸਿਆਸੀ ਪ੍ਰਚਾਰ ਉਲਟਾ ਕਰਾਂਗੇ। ਹੁਣ ਅੰਦੋਲਨ ਉਸ ਰੁਖ ਵੱਲ ਚਲਾ ਜਾਏਗਾ ਕਿ ਪਾਰਟੀਆਂ ਨੂੰ ਵੋਟਾਂ ਨਾ ਪਾਓ, ਇਹ ਕਰੋ, ਫਿਰ ਕੀ ਬਣੇਗਾ? ਯਾਨੀ ਕਿ ਕਿਸੇ ਦਾ ਪ੍ਰਚਾਰ, ਤੁਸੀਂ ਤਾਂ PR ਦਾ ਕੰਮ ਕਰਨ ਲੱਗ ਜਾਓਗੇ ਮੇਰੇ ਹਿਸਾਬ ਨਾਲ। ਨਹੀਂ, PR ਨਹੀਂ ਕਰਦੇ ਅਸੀਂ, ਮੋਰਚਾ ਤਕੜਾ ਅਸੀਂ ਇੱਥੇ ਲੱਗੇ ਹੋਏ ਹਾਂ ਕਰਨ। ਫਿਰ ਸਾਡੇ ਕੋਲ ਚਾਰਾ ਕੀ ਹੈ, ਬੈਠੇ ਹਾਂ ਗੱਲਬਾਤ ਕਰਨ ਨੂੰ, ਇਹ ਨਹੀਂ ਸਾਨੂੰ ਸਾਦੇ। ਫਿਰ ਜੇ ਕੋਈ ਸੱਟ ਨਹੀਂ ਮਾਰਾਂਗੇ ਅਸੀਂ ਇਹਨਾਂ ਦੇ ਉੱਪਰ, ਸਿਆਸੀ ਸੱਟ ਨਹੀਂ ਮਾਰਾਂਗੇ, ਇਹ ਫਿਰ ਠੀਕ ਕਿਵੇਂ ਆਉਣਗੇ? ਜਿਵੇਂ ਅਸੀਂ ਇਹਨਾਂ ਨੂੰ UP 'ਚ ਸੱਟ ਵੱਜਣੀ ਆ, ਪੰਜਾਬ ਨੂੰ ਤਾਂ ਕੁਛ ਨਹੀਂ ਜਾਣਦੇ ਇਹ। ਜੇ UP 'ਚ 85 ਸੀਟਾਂ, ਕਿਉਂਕਿ ਜਿੱਥੇ ਜਿਹੜਾ UP ਲੈ ਜਾਂਦਾ ਉਹਦਾ ਹੀ PM ਬਣਦਾ। ਹਾਂ, ਉਹ ਤਾਂ ਹੈ ਜੀ। ਅਤੇ ਅਸੀਂ UP 'ਚ ਲਾਮਬੰਦੀ ਪੂਰੀ ਕਰਾਂਗੇ, ਉੱਥੇ ਅਸੀਂ ਇਹਨਾਂ ਦੀ ਸਰਕਾਰ ਬਣਨੋਂ ਰੋਕਾਂਗੇ, ਅਤੇ ਆਪੇ ਫਿਰ ਜਿਹੜੀ ਆ PM ਵੱਲ ਨੂੰ ਕੋਈ ਹੋਰ ਸਰਕਾਰ ਵੱਧ ਜੂਗਾ, ਪੋਜੀਸ਼ਨ ਤਕੜੀ ਹੋ ਜੂਗੀ। ਕਿਉਂਕਿ ਪਿਛਲੇ ਦਿਨੀ ਜਿਹੜੀਆਂ ਵੀ ਕਾਰਵਾਈਆਂ ਨਜ਼ਰ ਆਈਆਂ, ਉਹਦੇ 'ਚ ਇਹ ਆਇਆ ਸਿੱਧੇ ਰੂਪ ਦੇ ਵਿੱਚ ਇੱਕੋ ਇੱਕ ਪਾਰਟੀ ਦਾ ਤੁਹਾਡਾ ਵਿਰੋਧ ਹੈ, ਅਤੇ ਉਸ ਵਿਰੋਧ ਦੇ ਵਿੱਚ ਅਸਿੱਧੇ ਰੂਪ ਦੇ ਵਿੱਚ ਕਿਸਾਨ ਅੰਦੋਲਨ ਕਿਤੇ ਨਾ ਕਿਤੇ ਦੂਸਰੇ ਪਾਰਟੀਆਂ ਦੀ ਸਪੋਰਟ ਕਰਦਾ ਵੀ ਨਜ਼ਰ ਆਉਂਦਾ ਹੈ। ਇਹ ਤਾਂ ਆਉਂਦਾ ਹੀ ਹੈ ਜੀ, ਜਿਹੜਾ ਬੰਦਾ ਸਾਡੀ ਗੱਲ ਨਹੀਂ ਮੰਨਦਾ ਇਹ ਮੰਨ ਲੈਂਦੇ, ਫਿਰ ਦੂਸਰੀਆਂ ਮੰਨ ਲੈਣਗੇ ਜੀ। ਮਨਾਵਾਂਗੇ ਜੀ, ਉਹਨਾਂ ਨੂੰ ਵੀ ਮਨਾਵਾਂਗੇ। ਜੋ ਵੀ ਐਂ ਖੜ ਕੇ ਫਿਰ ਨਹੀਂ ਖੜਦੇ ਹੈਗੇ, ਉਹਨਾਂ ਨੇ ਦੇਖ ਲਿਆ। ਮੰਨ ਲਓ ਤੁਸੀਂ ਸਰਕਾਰ ਬਦਲਤੀ ਅਤੇ ਤੁਸੀਂ ਸਫਲ ਹੋ ਗਏ, ਅਗਲਾ PM ਆ ਗਿਆ, ਕਾਨੂੰਨਾਂ ਦਾ ਕੀ ਬਣੂਗਾ ਫਿਰ? ਨਹੀਂ, ਉਹ ਤਾਂ ਉਹਨਾਂ ਨਾਲ ਗੱਲ ਕਰਾਂਗੇ। ਅੱਛਾ, PM ਬਣਾਉਣ ਤੋਂ ਪਹਿਲਾਂ ਤੁਹਾਡੇ ਨਾਲ ਕਮਿਟਮੈਂਟ ਹੋਈ? ਕਰਾਂਗੇ ਗੱਲ ਉਹਨਾਂ ਨੂੰ ਵੀ ਪਤਾ ਲੱਗ ਜੂਗੀ। ਮਾਰਿਆ ਜਾਊ, ਹੁਣ ਮੋਦੀ ਹੁੰਦੀ ਸੀ, ਅਸੀਂ ਥੋੜ੍ਹਾ ਰੋਕੀ ਆ। ਬਾਹਰਲੇ ਦੇਸ਼ਾਂ 'ਚ ਰੋਜ਼ ਮਹੀਨਾ ਜਹਾਜ਼ ਲੈ ਕੇ ਚੜ੍ਹਿਆ ਰਹਿੰਦਾ ਸੀ, ਉੱਥੇ ਨਾਅਰੇ ਲੱਗੀ ਜਾਂਦੇ ਸੀ। ਹੁਣ ਗਿਆ ਕਦੇ? ਹੁਣ ਕਿਸਾਨ ਅੰਦੋਲਨ ਮਮਤਾ ਨਹੀਂ, ਮਮਤਾ ਨਹੀਂ, ਕੋਈ ਵੀ ਹੋ ਸਕਦਾ, ਜ਼ਰੂਰੀ ਨਹੀਂ ਮਮਤਾ, ਕੋਈ ਵੀ ਹੋ ਸਕਦਾ। ਨਹੀਂ, ਇਸ ਟਾਈਮ ਨੰਬਰ ਕਿ ਇਹ ਗੱਲ ਆ ਰਹੀ ਹੈ ਕਿ ਮਮਤਾ ਬੈਨਰਜੀ ਅਗਲੇ PM ਦੇ। ਮੇਰੀ ਤਾਂ ਆਮ ਨਿੱਜੀ ਰਾਏ ਇਹ ਆ ਵੀ ਅਸੀਂ ਤਾਂ ਜਿਹੜਾ ਇੱਕ ਕਿਸਾਨ ਦੇ ਪੁੱਤ ਨੂੰ PM ਦੇਖਣਾ ਚਾਹੁੰਦੇ ਹਾਂ, ਭਾਵੇਂ ਬੰਗਾਲ ਦਾ ਹੋਵੇ, ਰਾਜਸਥਾਨ ਦਾ ਹੋਵੇ, ਬਿਹਾਰ ਦਾ ਹੋਵੇ, ਜਿਹਨੂੰ ਕਿਸਾਨੀ ਬਾਰੇ ਪਤਾ ਹੋਵੇ। ਇਹੋ ਜਿਹੇ ਬੰਦੇ ਜਿਹੜੇ ਨੇ, ਇਹ ਤਾਂ ਬੰਦਿਆਂ ਨੇ ਦੇਸ਼ ਵੇਚਤਾ ਤੁਹਾਡੇ ਸਾਹਮਣੇ ਹੀ, ਕਾਰਪੋਰੇਟ ਘਰਾਣਿਆਂ ਨੂੰ। ਇਹੋ ਜਿਹੇ ਨੂੰ ਅਸੀਂ ਨਹੀਂ ਦੇਖਣਾ ਚਾਹੁੰਦੇ। ਅਤੇ ਕਿਸਾਨੀ ਦੇ ਸੰਬੰਧੀ ਜਿਹੜੀ ਆਪਣੀ ਫਸਲ ਪੈਦਾ ਹੁੰਦੀ ਹੈ, ਉਹਦੇ ਲਈ ਬਾਜ਼ਾਰ ਵੀ ਚਾਹੀਦਾ ਜੀ। ਨਹੀਂ, ਬਾਜ਼ਾਰ ਬੜਾ ਹੈਗਾ ਜੀ, ਬਾਜ਼ਾਰ ਲੱਭਣ। ਇਹ ਤਾਂ ਗੌਰਮੈਂਟ ਨੇ ਕੀਤਾ ਹੀ ਕੁਛ ਨਹੀਂ। ਇਹਨਾਂ ਨੂੰ ਇਹ ਅਸੀਂ ਬੜੇ ਸਾਲਾਂ ਦੇ ਕਹਿੰਦੇ ਹਾਂ। ਹੁਣ ਆਇਲ ਸੀਡਸ ਅਸੀਂ ਬਾਹਰੋਂ ਮੰਗਵਾਉਂਦੇ ਹਾਂ। ਪੰਜਾਬ 'ਚ ਹੋਇਆ ਕੁਛ? ਹਾਂਜੀ। ਨਹੀਂ, ਇਹ ਸਾਨੂੰ MSP 'ਤੇ ਉਹੀ ਗਾਰੰਟੀ ਦੇਣ ਨਾ ਜੀ। ਆਪਾਂ ਬਾਹਰੋਂ ਕਿਉਂ ਮੰਗਵਾਉਂਦੇ ਹਾਂ? ਹਾਰਡ ਕੈਸ਼ ਦੇ ਕੇ ਅਸੀਂ ਬਾਹਰੋਂ ਕਿਉਂ ਮੰਗਵਾਉਂਦੇ ਹਾਂ ਜੀ? ਇਹ ਸਮਾਨ ਸਾਤੋਂ ਕੁਛ ਵੀ ਪੈਦਾ ਕਰਵਾ ਲੈਣ, ਸਾਨੂੰ ਇਹ ਗਾਰੰਟੀ ਦੇਣ ਵੀ ਆਹ ਰੇਟ 'ਤੇ ਤੁਹਾਡਾ ਸਮਾਨ ਖਰੀਦਿਆ ਜਾਊ, ਉਹਦੀ ਮਾਰਕੀਟਿੰਗ ਹੋਊਗੀ, ਅਸੀਂ ਉਹੀ ਪੈਦਾ ਕਰ ਦਾਂਗੇ। ਸਾਡੀ ਜਥੇਬੰਦੀ ਇੱਕ ਇਹੋ ਜਿਹੀ ਹੈ ਜਿਹੜੀ ਕਹਿੰਦੀ ਆ ਵੀ ਅਸੀਂ ਖਸਖਸ ਵੀ ਪੈਦਾ ਕਰਵਾਉਣੀ ਆ। ਹੋਰ ਕੋਈ ਜਥੇਬੰਦੀ ਨਹੀਂ ਕਹਿੰਦੀ। ਅਸੀਂ ਮੈਂ ਬੜੇ ਸਾਲਾਂ ਤੋਂ, 2-3 ਸਾਲਾਂ ਤੋਂ ਲੱਗਿਆ ਹੋਇਆ ਇਹਦੇ 'ਤੇ ਜੀ, ਬਈ ਖਸਖਸ ਜਾਂ ਇਹ ਬਾਹਰੋਂ ਜਿਹੜੀ ਅਫੀਮ ਆ, ਕਹਿ ਲਓ ਸਿੱਧੇ ਲਫ਼ਜ਼ਾਂ 'ਚ, ਉਹ ਦਵਾਈਆਂ 'ਚ ਪੈਂਦੀ ਹੈ। ਜ਼ਰੂਰੀ ਤਾਂ ਨਹੀਂ ਵੀ ਉਹ ਬੰਦਿਆਂ ਨੇ ਖਾਣੀ ਆ। ਜਿਵੇਂ ਰਾਜਸਥਾਨ 'ਚ ਲਾਇਸੈਂਸ ਦਿੰਦੇ ਆ, ਕੋਟਾ ਦਿੰਦੇ ਆ, ਹਾਂ 85% ਬਾਹਰੋਂ ਆਉਂਦੀ ਆ ਜੀ, ਜਿਹੜੀ ਉਹ ਦਵਾਈਆਂ 'ਚ ਪੈਂਦੀ ਆ। ਅਤੇ ਉਹ ਇੱਥੇ ਸਭ ਤੋਂ ਪੈਦਾ ਕਰਵਾ ਲੈਣ, ਲਾਇਸੈਂਸ ਦੇਣ, ਕੋਟਾ ਦੇਣ, ਸਰਕਾਰ ਆਪਦੇ ਹੱਥ ਦੇ ਵਿੱਚ ਸਾਰਾ ਕੰਟਰੋਲ ਰੱਖ ਲਓ। ਖਸਖਸ ਤੁਹਾਨੂੰ ਆਮ ਨਹੀਂ ਦੁਕਾਨਾਂ ਤੋਂ ਮਿਲ ਜਾਂਦੀ, ਜੇ ਅਸੀਂ ਪੈਦਾ ਕਰ ਦਾਂਗੇ। ਚਲੋ, ਹੁਣ ਮੈਂ ਇੱਕ ਗੱਲ ਹੋਰ ਕਰਦਾ, ਲਾਸਟ ਕੁਐਸਚਨ, ਕਿ ਕੇਂਦਰ ਸਰਕਾਰ ਨਾਲ ਤੁਹਾਡਾ ਵਿਰੋਧ ਹੈ ਸਾਰੇ ਜਥੇਬੰਦੀਆਂ ਦਾ, ਵੱਖਰੇ ਵਿਚਾਰ ਵੀ ਹੈਗੇ ਨੇ। ਚਲੋ, ਵੱਖਰੇ ਵਿਚਾਰ ਦੀ ਗੱਲ ਕਰੀ ਤਾਂ ਵਿਧਾਨ ਸਭਾ ਚੋਣ ਆਉਣ ਵਾਲੀ ਹੈ, ਪੰਜਾਬ ਸਰਕਾਰ ਤੋਂ ਤੁਹਾਡੀ ਕੀ ਮੰਗ ਹੈ? ਨਹੀਂ, ਜਿਹੜੀ ਸਰਕਾਰਾਂ ਨਾਲ ਜਾਂ ਪਾਰਟੀਆਂ ਨਾਲ ਸਾਡੀ ਕੋਈ ਵਿਰੋਧਤਾ ਨਹੀਂ। ਜਿਹੜੀ ਸਰਕਾਰ ਆ, ਭਾਵੇਂ ਕੈਪਟਨ ਸਰਕਾਰ ਆ ਜੀ, ਅਤੇ ਅਸੀਂ ਇਹਨਾਂ ਨਾਲ ਵੀ ਹਿਸਾਬ ਕਿਤਾਬ ਕਰਨਾ ਜੇ ਆ ਕੇ ਉੱਥੋਂ। ਸਾਡਾ ਉੱਥੋਂ ਵੇਲ ਨਹੀਂ ਅਜੇ ਲੱਗ ਰਿਹਾ, ਕਿਉਂਕਿ ਇਹਨਾਂ ਨੇ ਵਾਅਦਾ ਕੀਤਾ ਹੋਇਆ, ਜਿਹੜਾ ਇਹਨਾਂ ਨੇ ਵੀ ਬੜੇ ਵਾਅਦੇ ਕੀਤੇ, ਕਰਜ਼ਾ ਮਾਫੀ, ਘਰ ਨੌਕਰੀ, ਉਹ ਇਹਨਾਂ ਨਾਲ ਵੀ ਗੱਲ ਹੋਣੀ ਆ ਜੇ ਇਲੈਕਸ਼ਨ ਤੋਂ ਪਹਿਲਾਂ। ਅੱਛਾ ਜੀ। ਅਤੇ ਜਿਹੜੀ ਸਰਕਾਰਾਂ ਨਾਲ ਕੋਈ, ਜਿਹੜੀ ਸਾਡੀ ਸਰਕਾਰ ਨਾਲ ਲੜਾਈ ਆ, ਪਾਰਟੀਆਂ ਨਾਲ ਕੋਈ ਲੜਾਈ ਨਹੀਂ। ਹੋ ਸਕਦਾ ਭਾਜਪਾ ਹੀ ਸਾਡੇ ਫਿੱਟ ਆ ਜਾਵੇ ਦਬਕਾ ਵੱਜੇ ਤੋਂ ਜੀ। ਅੱਜ ਅਸੀਂ ਵਿਰੋਧ ਕਰਦੇ ਹਾਂ, ਜਦ ਇਹਨਾਂ ਨੂੰ ਪਤਾ ਲੱਗਾ ਵੀ ਵਿਰੋਧ ਹੋ, ਸੀਟਾਂ ਨਹੀਂ ਆਇਆ, ਇਹ ਫਟਾਫਟ ਸਾਡੇ ਕਾਨੂੰਨ ਵਾਪਸ ਲੈ ਲੈਣ, ਸਾਡੇ ਕਰਜ਼ੇ ਮਾਫ ਕਰ ਦੇਣ, ਸਾਨੂੰ ਇੰਨਾ ਕੁਛ, ਸਾਡਾ ਸਾਰੀਆਂ ਮੰਗਾਂ ਮੰਨ ਲੈਣ, ਕੀ ਪਤਾ ਅਸੀਂ ਭਾਜਪਾ ਨੂੰ ਵੋਟਾਂ ਪਾ ਦਈਏ। ਇਹ ਵੀ ਹੋ ਸਕਦਾ ਜੀ। ਗੱਲ ਤਾਂ ਤੁਹਾਡੀ ਕਾਨੂੰਨਾਂ ਵਾਲੇ ਮਸਲਿਆਂ ਤੇ, ਮੇਨ ਕਾਨੂੰਨਾਂ 'ਤੇ ਸਾਡੀਆਂ ਜਿਹੜੀਆਂ ਨੇ ਮੰਗਾਂ, ਮੇਨ ਮੰਗਾਂ ਸਾਡੀਆਂ ਕਾਨੂੰਨਾਂ 'ਤੇ। ਕਰਜ਼ੇ ਦਾ ਵੀ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੋਇਆ ਮਾਫ ਕਰਨਾ, ਸੈਂਟਰ ਨੇ ਵੀ ਕੀਤਾ, ਪੰਜਾਬ ਨੇ ਵੀ ਕੀਤਾ, ਅਤੇ ਉਹ ਸਾਡੀਆਂ ਮੰਗਾਂ ਪੂਰੀਆਂ ਮੰਨ ਲਵੇ, ਅਸੀਂ ਜੈ ਜੈਕਾਰ ਮੋਦੀ ਦੀ ਕਰ ਦਾਂਗੇ। ਸਾਨੂੰ ਫਿਰ ਕੀ ਹੋਇਆ? ਜਦ ਸਾਡਾ ਸਾਰਾ ਕੰਮ ਚੀਜ਼ ਮਿਲ ਗਈ, ਫਿਰ ਸਾਨੂੰ ਕੀ ਇਤਰਾਜ਼ ਆ? ਇਹ ਸਨ ਸ਼੍ਰੀ ਹਰਿੰਦਰ ਸਿੰਘ ਜੀ ਲੱਖੋਵਾਲ, ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਕਿਸੇ ਪਾਰਟੀ ਨਾਲ ਜਾਂ ਕਿਸੇ ਸਰਕਾਰ ਨਾਲ ਵਿਰੋਧ ਨਹੀਂ। ਜੇ ਉਹ ਕਿਸਾਨਾਂ ਦੀ ਮੰਗ ਮੰਨ ਲੈਂਦੇ, ਅਸੀਂ ਤਾਂ ਮੋਦੀ ਦੀ ਵੀ ਜਾਇਜ਼ਾ ਕਰ ਦਾਂਗੇ। ਹੋ ਸਕਦਾ ਸਾਰੇ ਕਿਸਾਨ ਭਾਜਪਾ ਨੂੰ ਵੋਟਾਂ ਪਾ ਦੇਣ, ਉਹ ਇਹਨਾਂ ਦਾ ਕਾਨੂੰਨ ਰੱਦ ਕਰ ਦੇ, MSP ਜਾਰੀ ਕਰ ਦੇ। ਬਾਕੀ ਉਹਨਾਂ ਨੇ ਗੱਲ ਹੋਰ ਵੀ ਕਹੀ ਹੈ ਕਿ ਗੱਲ ਇਹ ਨਹੀਂ ਕਿ ਇਕੱਲੀ ਕੇਂਦਰ ਨਾਲ ਸਾਡੀ ਉਹ ਮੰਗਾਂ ਦੀ ਅੜਫਸ ਹੈ ਜਾਂ ਹੱਕਾਂ ਦੀ ਗੱਲ ਕਰਦੇ ਹਾਂ ਅਸੀਂ, ਪੰਜਾਬ ਸਰਕਾਰ ਨਾਲ ਵੀ ਹੈਗੀ ਹੈ। ਪੰਜਾਬ ਸਰਕਾਰ ਨਾਲ ਵੀ ਬਹੁਤ ਮੰਗਾਂ ਰੁਕੀਆਂ ਨੇ, ਉੱਧਰਲਾ ਨਜਿੱਠ ਕੇ ਫਿਰ ਪੰਜਾਬ ਸਰਕਾਰ ਨੂੰ ਵੀ ਨਜਿੱਠਣਗੇ।
ਦੇਖਦੇ ਹਾਂ ਕਿ 2022 ਨੇੜੇ ਹੈ, ਕਿਸਾਨ ਅੰਦੋਲਨ ਕੇਂਦਰ 'ਚ ਕੀ ਲੈ ਕੇ ਨਿਕਲਦੇ ਨੇ ਤੇ ਸਟੇਟ ਪੰਜਾਬ ਸਰਕਾਰ ਨੂੰ ਕੈਪਟਨ ਸਰਕਾਰ ਤੋਂ ਕੀ ਮੰਗਦੇ ਨੇ, ਆ ਕੇ ਕਿਹੜੀਆਂ ਮੰਗਾਂ ਮਨਵਾਉਂਦੀਆਂ ਨੇ। ਇਹ ਤਾਂ 2022 ਦੀਆਂ ਚੋਣਾਂ ਤੋਂ ਪਹਿਲਾਂ ਪਤਾ ਲੱਗੇਗਾ, ਜਾਂ ਉੱਥੇ ਗੱਲ ਕਿੱਥੇ ਤੁਰਦੀ ਹੈ। ਕਈ ਵਿਚੋਲੇ ਵਿੱਚ ਆ ਗਏ ਨੇ, ਇਹਨਾਂ ਦਾ ਕਹਿਣਾ ਕਿ ਵਿਚੋਲੇ ਨੇ ਗੱਲ ਤਾਂ ਕਰਦੇ ਨੇ ਪਰ ਗੱਲ ਕੋਈ ਸਿਰੇ ਨਹੀਂ ਲੱਗਦੀ। ਯਾਨੀ ਕਿ ਕੇਂਦਰ ਸਰਕਾਰ ਰਾਜ ਹੱਟ 'ਚ ਹੈ, ਇਹ ਆਪਣੇ ਹੱਕਾਂ ਦੀ ਹੱਟ 'ਚ ਹੈ, ਹੱਕ ਮਨਾ ਕੇ ਉੱਥੋਂ ਮੁੜਨਗੇ। ਬਾਕੀ ਕੱਲ੍ਹ ਦਾ ਇਹਨਾਂ ਦਾ ਰੋਸ ਮਾਰਚ ਆ, ਦੇਸ਼ ਦੇ ਸਾਰੇ ਰਾਜਪਾਲਾਂ ਨੂੰ ਦੇਣੇ ਨੇ ਮੰਗ ਪੱਤਰ, ਜਿੱਥੇ ਵੀ ਰੋਕਦੇ ਆ, ਪਰ ਸ਼ਾਂਤਮਈ ਰਹੇਗਾ। ਬਾਕੀ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਹੈ, ਇਹ ਕਿਸਾਨ ਅੰਦੋਲਨ ਦੇ ਸੰਯੁਕਤ ਮੋਰਚਾ ਤੈਅ ਕਰੇਗਾ। ਪਰ ਰਣਨੀਤੀਆਂ ਹੋਰ ਵੀ ਹੈਗੀਆਂ ਨੇ, ਉਹਦੇ ਵਿੱਚ ਪਾਰਲੀਮੈਂਟ ਜੇ ਨਹੀਂ ਮੰਨਦੇ, ਪਾਰਲੀਮੈਂਟ ਘੇਰਨ ਦਾ ਵੀ ਪ੍ਰਾਵਧਾਨ ਹੈਗਾ। ਹੋਰ ਵੀ ਕਈ ਨੁਕਤੇ ਅਪਣਾਏ ਜਾ ਸਕਦੇ ਆ। ਲਗਾਤਾਰ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ।